ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਸਵਾਗਤ ਹੈ ਜੀ। ਅਸੀਂ ਮੈਂ ਤੇ ਮੇਰੇ ਨਾਲ ਗੁਰਨਿੰਦਰ ਬਲ ਜੀ ਅੱਜ ਇੱਕ ਨਿਵੇਕਲਾ ਜਿਹਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਪਹਿਲਾਂ ਤਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਬਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਬਹੁਤ ਬਹੁਤ ਜੀ ਆਇਆਂ ਨੂੰ ਜੀ। ਜੀ ਆਇਆਂ ਨੂੰ ਇਸ ਕਰਕੇ ਕਿਉਂਕਿ ਤੁਸੀਂ ਹਰ ਵਾਰੀ ਆਉਂਦੇ ਜੇ ਜਦੋਂ ਕੋਈ ਵੱਖਰੀ ਚੀਜ਼ ਲੈ ਕੇ ਆਉਂਦੇ ਜੇ, ਤਾਂ ਮੈਨੂੰ ਵੀ ਕੁਝ ਮਿਲਦਾ ਆ। ਵੱਧ ਮਿਲਣ ਦਾ ਮਤਲਬ ਮੈਨੂੰ ਵੀ ਮੇਰੀ ਨੌਲੇਜ ਵੱਧਦੀ ਆ। ਕਿਉਂਕਿ ਇੱਕ ਸਿਆਣੇ ਬੰਦੇ ਨੇ ਕਿਹਾ ਸੀਗਾ ਵੀ ਸਿਆਣੇ ਕੋਲ ਬਈਏ ਤਾਂ ਸਦਾ ਮੱਤ ਲਈਏ। ਠੀਕ ਹੈ। ਹਾਂ, ਕਿਉਂਕਿ ਵੈਸੇ ਤਾਂ ਐਂਕਰ ਤੇ ਬਹੁਤ ਦੁਨੀਆ 'ਚ ਵੀ ਤੁਰੇ ਫਿਰਦੇ ਨੇ ਜੀ, ਹਰ ਚੀਜ਼ ਵੀ ਮੇਰੇ ਵਰਗੇ ਵੀ ਬੜੇ ਤੁਰੇ ਫਿਰਦੇ ਨੇ। ਪਤਾ ਕੀ ਹੈ ਜੀ, ਹਾਂਜੀ, ਮੈਨੂੰ ਬਾਹਲੀ ਸਮਝ ਹੈ ਨਹੀਂ। ਮੈਂ ਤਾਂ ਆਪ ਲੱਭਦਾ ਰਹਿਣਾ ਕਿ ਤੁਹਾਡੇ ਵਰਗਾ ਕੋਈ ਪਰਮ ਮਿੱਤਰ ਮੇਰੇ ਕੋਲ ਬੈਠੇ ਤੇ ਸੁਭਤਾ ਜੇ ਮੈਂ ਦੇਖੋ ਜਾਣ ਬੁੱਝ ਕੇ ਤੁਹਾਡੇ ਵਰਗਾ ਕੋਟ ਪਾ ਕੇ ਆਇਆ। ਤੁਸੀਂ ਅਰਸਤੂ ਵਾਲੀ ਗੱਲ ਕਰੋ ਨਾ ਜੀ। ਉਹਨਾਂ ਨੇ ਇਹੋ ਗੱਲ ਕਹੀ ਸੀ ਕਿ ਜਦੋਂ ਮੈਂ ਦੁਨੀਆ 'ਚ ਵਿਚਰਦਾ ਮੈਂ ਦੁਨੀਆ ਤੋਂ ਸਿੱਖਦਾ ਹਾਂ। ਬਿਲਕੁਲ ਠੀਕ ਹੈ। ਇਹ ਵੈਸੇ ਠੀਕ ਹੈ ਵੀ ਗੱਲ। ਠੀਕ ਹੈ ਜੀ, ਬਿਲਕੁਲ। ਤੁਸੀਂ ਜਦੋਂ ਵਿਚਰਦੇ ਹੋ ਨਾ ਜੀ ਸੋਸਾਇਟੀ 'ਚ, ਸਮਾਜ ਵਿੱਚ, ਤੇ ਸਮਾਜ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਂਦਾ। ਇਹ ਹੁਣ ਬੰਦੇ ਦੀ ਮੱਤ ਹੈ, ਉਹਨੇ ਸਿੱਖਣਾ ਕਿ ਨਹੀਂ ਸਿੱਖਣਾ। ਅਸੀਂ ਵੇਖੋ ਜੀ, ਜ਼ਿੰਦਗੀ 'ਚ ਚਾਹੇ ਤੁਸੀਂ ਇੱਕ ਪਿੰਡ ਤੋਂ ਹੋ, ਚਾਹੇ ਸ਼ਹਿਰ ਤੋਂ ਹੋ, ਕਿਤੋਂ ਵੀ ਹੋ, ਲੇਕਿਨ ਸਿੱਖਣ ਲਈ ਕੋਈ ਦੁਨੀਆ ਦਾ ਸਕੂਲ, ਕੋਈ ਦੁਨੀਆ ਦਾ ਕਾਲਜ, ਕੋਈ ਦੁਨੀਆ ਦੀ ਯੂਨੀਵਰਸਿਟੀ ਤੁਹਾਨੂੰ ਉਹ ਚੀਜ਼ਾਂ ਨਹੀਂ ਸਿਖਾ ਸਕਦੀ ਜੋ ਤੁਹਾਨੂੰ ਜ਼ਿੰਦਗੀ ਨੇ ਸਿਖਾਉਣਾ। ਪਿਛਲੀ ਵਾਰੀ ਅਸੀਂ ਗੱਲ ਇੱਥੇ ਛੱਡੀ ਸੀਗੀ ਕਿ ਜ਼ਿੰਦਗੀ ਦਾ ਸਵਾਦ। ਬਿਲਕੁਲ ਜੀ, ਮੈਂ ਵਾਇਸ ਆਫ ਇੰਡੀਆ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਕਿਉਂਕਿ ਇਹ ਗੱਲ ਰਹਿ ਜਾਣੀ ਸੀ। ਸਵਾਦ ਵੀ ਤਾਂ ਹੀ ਆਦਾ ਕਿਉਂਕਿ ਇਹਨਾਂ ਨੇ ਉਸ ਚੀਜ਼ ਨੂੰ ਪ੍ਰਮੋਟ ਕੀਤਾ। ਬਿਲਕੁਲ, ਇਹ ਜ਼ਿੰਦਗੀ ਦਾ ਸਵਾਦ ਜਿਹੜੀ ਅਸੀਂ ਗੱਲ ਕਰਦੇ ਸੀ ਜੀ, ਉਹਦੀ ਅਗਲੀ ਕੜੀ ਹੈ। ਪਰ ਉਹਦੀ ਅਗਲੀ ਕੜੀ ਜ਼ਿੰਦਗੀ ਤੱਕ ਹੀ ਨਹੀਂ ਸੀਮਤ। ਬਿਲਕੁਲ, ਅਸੀਂ ਅਜੇ ਅੱਗੇ ਹੋਰ ਲੈ ਕੇ ਜਾਵਾਂਗੇ। ਜ਼ਿੰਦਗੀ ਦੇ ਮਾਣੇ ਸਾਡੇ ਦਰਸ਼ਕ, ਸਾਡੇ ਸਰੋਤੇ ਸਾਡੀਆਂ ਗੱਲਾਂ 'ਚੋਂ ਲੱਭਣ ਦੀ ਕੋਸ਼ਿਸ਼ ਕਰਨਗੇ ਔਰ ਸਾਨੂੰ ਉਹ ਕਮੈਂਟ ਲਿਖਣਗੇ। ਫੇਸਬੁੱਕ ਤੇ ਪ੍ਰੋਗਰਾਮ ਚੱਲਦਾ ਪਿਆ, ਲਾਈਵ YouTube ਤੇ ਚੱਲਦਾ ਪਿਆ। ਕਹਾਂਗਾ ਜੀ ਸਾਰੇ ਦਰਸ਼ਕਾਂ ਨੂੰ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਜਿਹੜੀਆਂ ਸਾਡੀਆਂ ਗਲਤੀਆਂ ਨੇ ਹੋ ਸਕਦਾ ਉਹ ਸਾਡੇ ਲਈ ਸਬਕ ਬਣ ਜਾਣ। ਬਿਲਕੁਲ ਜੀ, ਕਿਉਂਕਿ ਜਦੋਂ ਤੁਸੀਂ ਵਧੀਆ ਸੋਹਣੀਆਂ ਚੀਜ਼ਾਂ ਲਿਖ ਕੇ ਸਾਨੂੰ ਭੇਜਦੇ ਜੇ ਨਾ, ਉਦੋਂ ਇਸ ਤਰ੍ਹਾਂ ਹੁੰਦਾ ਕਿ ਕਈ ਵਾਰ ਉਹਦੇ 'ਚ ਬਹੁਤ ਵੱਡਾ ਸਕੋਪ ਹੁੰਦਾ ਇੰਪਰੂਵਮੈਂਟ ਦਾ ਕਿ ਅਸੀਂ ਕਰ ਸਕੀਏ। ਕਿਉਂਕਿ ਦੁਨੀਆ 'ਚ ਜੇ ਸਾਰੇ ਵਿਦਵਾਨ ਹੋ ਗਏ ਫਿਰ ਤਾਂ ਘਾਟਾ ਹੀ ਕੋਈ ਨਹੀਂ। ਇਸ ਕਰਕੇ ਸਾਨੂੰ ਸਿੱਖਿਆ ਦੀ ਲੋੜ ਹੈ ਜੀ। ਤੁਸੀਂ ਜ਼ਰੂਰ ਕੋਸ਼ਿਸ਼ ਕਰਿਆ ਕਰੋ, ਜਿੱਥੇ ਵਧੀਆ ਗੱਲ ਆ ਉਹਨੂੰ ਤੁਸੀਂ ਐਪਰੀਸ਼ੀਏਟ ਵੀ ਜ਼ਰੂਰ ਕਰਿਆ ਕਰੋ, ਪ੍ਰੋਤਸਾਹਨ ਵੀ ਜ਼ਰੂਰ ਦਿਆ ਕਰੋ। ਕਿਉਂਕਿ ਮੇਰੇ ਪੰਜਾਬੀ 'ਚ ਕਈ ਵਾਰ ਸ਼ਬਦ ਔਖੇ ਹੋ ਜਾਂਦੇ। ਉਤਸ਼ਾਹਿਤ ਕਰਨਾ ਹੁੰਦਾ ਪੰਜਾਬੀ 'ਚ। ਬਲ ਸਾਹਿਬ ਨੇ ਬੜੀ ਪਿਆਰੀ ਗੱਲ ਕੀਤੀ ਹੈ ਜੀ, ਅਸੀਂ ਵਿਦਵਾਨ ਨਹੀਂ ਆ, ਅਸੀਂ ਧਨਵਾਨ ਵੀ ਨਹੀਂ ਆ। ਬਿਲਕੁਲ, ਪਰ ਅਸੀਂ ਪੰਜਾਬੀ ਆ। ਗੱਲ ਪੰਜਾਬ ਦੀ ਨਾ ਕੀਤੀ ਜਾਵੇ ਅੱਜ। ਨਹੀਂ, ਗੱਲਾਂ ਤਾਂ ਸਾਰੀਆਂ ਪੰਜਾਬ ਦੀਆਂ ਹੋਣਗੀਆਂ, ਲੇਕਿਨ ਅਸੀਂ ਇਹ ਕਹਿੰਦੇ ਕਿ ਪੰਜਾਬ ਦੇ ਵਿੱਚ ਆਹ ਨਹੀਂ ਚੰਗਾ, ਪੰਜਾਬ ਦੇ ਵਿੱਚ ਉਹ ਨਹੀਂ ਚੰਗਾ। ਇਹ ਦੇਖੋ, ਆਰੰਭੇ ਤਾਂ ਅਸੀਂ ਦੇ ਹੀ ਜਾਣੇ ਆ। ਸਾਨੂੰ ਆਪਦੀ ਜ਼ਿੰਦਗੀ ਨਾਲ ਵੀ ਜਿਹੜਾ ਨਾ ਪੂਰਾ ਉੱਤੇ ਜ਼ਿੰਦਗੀ ਤੇ ਭਰੋਸਾ ਹੀ ਨਹੀਂ ਹੈ। ਜ਼ਿੰਦਗੀ ਬਾਰੇ ਵੀ ਅਸੀਂ ਕਹੀ ਜਾਂਦੇ, ਰੱਬ ਨੂੰ ਵੀ ਗਾਲਾਂ ਕੱਢੀ ਜਾਂਦੇ ਵੀ ਰੱਬਾ ਇਹ ਤੂੰ ਕਿੱਥੇ ਬਹਿ ਕੇ ਸਾਡੇ ਲਈ ਇਹ ਕਰਮ ਲਿਖੇ ਸੀ, ਲੇਖ ਲਿਖੇ ਸੀ, ਸਾਨੂੰ ਇਹ ਨਹੀਂ ਦਿੱਤਾ, ਸਾਨੂੰ ਉਹ ਨਹੀਂ ਦਿੱਤਾ। ਜ਼ਿੰਦਗੀ ਬਾਰੇ ਵੀ ਅਸੀਂ ਗੱਲ ਕਰਦੇ। ਜ਼ਰੂਰ ਜ਼ਿੰਦਗੀ ਇਹ ਗੱਲਾਂ ਨਹੀਂ ਹੈਗੀ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਆਪਦੀ ਜ਼ਿੰਦਗੀ ਦੀ ਗੱਲ ਕਰਦੇ। ਅਸੀਂ ਉੱਥੇ ਜ਼ਿੰਦਗੀ ਦੇ ਬਹੁਤੇ ਦਿਨ ਹੰਡਾਏ ਉੱਥੇ। ਬਿਲਕੁਲ, ਖਾਸ ਕਰਕੇ MP ਭਾਜੀ ਜਿਹੜੇ ਇੱਕ ਰਾਈਟਰ ਹੁੰਦੇ ਆ, ਜਿਵੇਂ ਮੇਰੇ ਵਰਗਾ ਮਾੜੇ ਤੋਂ ਮਾੜਾ ਰਾਈਟਰ ਵੀ ਕਹਿ ਲਓ, ਉਹ ਲੋਕਾਂ ਦੇ ਅਨੁਭਵ ਤੋਂ ਇੱਕ ਚੀਜ਼ਾਂ ਲਿਖਦਾ ਹੈ। ਜਦੋਂ ਜੇ ਤੇ ਉਹਨਾਂ ਤੇ ਗੌਰ ਕਰ ਲਈਏ, ਹੋ ਸਕਦਾ ਅਸੀਂ ਥੋੜਾ ਬਹੁਤਾ ਸੁਧਾਰ ਕਰ ਸਕੀਏ। ਠੀਕ ਹੈ, ਕਿਉਂਕਿ ਜੇ ਤੇ ਉਹਦੇ ਲਿਖੇ ਤੇ ਵੀ ਆਪਾਂ ਨੁਕਸਗਾਂ ਕੱਢੀ ਜਾਣੇ ਫਿਰ ਸੁਧਾਰ ਨਹੀਂ ਹੁੰਦਾ। ਦੇਖੋ, ਲਿਖਣਾ ਜਦੋਂ ਕਿਸੇ ਵੀ ਕਵੀ ਨੇ, ਕਿਸੇ ਕਹਾਣੀਕਾਰ ਨੇ, ਕਿਸੇ ਨਾਵਲਕਾਰ, ਲੇਖਕ ਕੋਈ ਵੀ ਹੈ, ਕਲਾਕਾਰ ਕੋਈ ਵੀ ਹੈ, ਜਿਹੜਾ ਲਿਖਦਾ ਜਾਂ ਪੇਸ਼ ਕਰਦਾ ਨਾ ਜੀ, ਉਹਦੀ ਆਪਦੀ ਸਮਝ ਆ। ਉਹਦਾ ਆਪਦਾ ਸਮਝ ਦਾ ਮਿਆਰ ਹੈ। ਠੀਕ ਹੈ ਜੀ। ਹੁਣ ਜਦੋਂ ਉਹਦੀ ਆਲੋਚਨਾ ਹੋਣੀ ਹੁੰਦੀ ਹੈ ਨਾ, ਆਲੋਚਕ ਜਦੋਂ ਆਲੋਚਨਾ ਕਰਦੇ ਆ, ਉਹਨਾਂ ਨੂੰ ਵੀ ਚਾਹੀਦਾ ਕਿ ਉਹ ਪੋਜ਼ਿਟਿਵ ਕਰਨ, ਚੰਗੀ ਗੱਲ, ਪੱਖੀ ਨਜ਼ਰੀਆ ਹੋਣਾ ਚਾਹੀਦਾ। ਕਿਉਂਕਿ ਕਿਸੇ ਰਾਈਟਰ ਦੀਆਂ ਲਾਈਨਾਂ ਨਾ ਕਿ ਹਮ ਤੋਂ ਹਰ ਚੀਜ਼ ਮੇਂ ਨੁਕਸ ਨਿਕਾਲਤੇ ਹੈ, ਲੋਕ सब्जी में घी डालते हैं, हम घी में सब्जी डालते। क्या बात है, कमाल करते जी। वो मतलब ਉਹਨੇ ਇਹੋ ਦੱਸਿਆ ਵੀ ਨੁਕਸ ਹੀ ਕੱਢਣਾ। ਹਾਂਜੀ, ਵੀ ਕਿਸੇ ਨੂੰ ਪ੍ਰਾਹੁਣਾ ਆਇਆ ਕਿਸੇ ਦੇ ਘਰ ਤੇ ਉਹ ਕਹਿੰਦੇ ਵੀ ਆਹ ਵੀ ਵੈਰਾਈਟੀ ਲੈ ਆਓ, ਦਹੀਂ ਵੀ ਲੈ ਆਓ, ਰੋਟੀ ਵੀ ਲੈ ਆਓ, ਆਹ ਵੀ ਲੈ ਆਓ। ਸਾਰਾ ਕੁਝ ਰੱਖਤਾ, ਖਾਣ ਲੱਗਾ, ਕਹਿੰਦਾ ਚਾਰ ਨਹੀਂ ਹੈਗਾ। ਅਚਾਰ ਹੈ ਨਹੀਂ। ਉਹ ਤੁਹਾਡੇ ਵਰਗਾ ਸਿਆਣਾ ਲਾ ਕੇ ਬਜ਼ੁਰਗ ਬੈਠਾ ਸੀ, ਕਹਿੰਦਾ ਇਹ ਹੈ ਹੀ ਚਾਰ ਵਾਲਾ ਜੇ, ਤੁਸੀਂ ਤਾਂ ਐਵੇਂ ਇੰਨੀਆਂ ਸਬਜ਼ੀਆਂ ਐਵੇਂ ਰੱਖਦੀਆਂ, ਬੰਦਾ ਚਾਰ ਵਾਲਾ ਹੀ ਹੈ। ਇਸ ਕਰਕੇ ਨੁਕਸ ਵੀ ਉਸ ਚੀਜ਼ ਦਾ ਕੱਢੋ ਜਿਹਦਾ ਜੈਨੂਨ ਆ, ਕਿਉਂਕਿ ਅਚਾਰ ਵਾਲਾ ਨੁਕਸ ਨਾ ਕੱਢੋ। ਹਾਂਜੀ, ਪੰਜਾਬ ਦੀ ਆਪਾਂ ਗੱਲ ਕਰਦੇ ਸੀ ਬਾਲ ਸਾਹਿਬ। ਪੰਜਾਬ ਅਸੀਂ ਤੁਸੀਂ ਜੋ ਵੇਖਿਆ ਅੱਜ ਤਾਂ ਉਹ ਹੈ ਨਹੀਂ। ਬਿਲਕੁਲ, ਦੇਖੋ ਅਸੀਂ ਸਾਡਾ ਇਹ ਉਲੰਭਾ ਤਾਂ ਜਾਇਜ਼ ਆ, ਇਹ ਰਹੇਗਾ। ਵੈਸੇ ਵੀ ਚੇਂਜ ਹੁੰਦੀ ਹੈ ਜੀ ਪੀੜ੍ਹੀਆਂ ਦੇ, ਤਬਦੀਲੀ ਤਾਂ ਆਉਣੀ ਚਾਹੀਦੀ ਆ। ਪੀੜ੍ਹੀ ਜਦੋਂ ਬਦਲ ਜਾਂਦੀ ਆ, ਤਬਦੀਲੀ ਤਾਂ ਆਉਂਦੀ ਹੈ। ਪਰ ਉਹ ਕਿੰਨੇ ਚੰਗੇ ਦਿਨ ਸੀ ਜੀ
ਜਦੋਂ ਫਲਿਆਂ ਦੇ ਨਾਲ ਕਣਕ ਗਾਈ ਜਾਂਦੀ ਸੀ, ਜਦੋਂ ਛਿੱਟੇ ਚੁੱਕਦੇ ਸੀ, ਜਦੋਂ ਡੰਗਰਾਂ ਨੂੰ ਚਾਰਨ ਜਾਣਾ, ਮੱਝਾਂ ਗਾਵਾਂ ਨੂੰ, ਝੋਨਿਆਂ ਦੀਆਂ ਮੁੰਜਰਾਂ ਅਲੱਗ ਲੋਕਾਂ ਚੁਗਣੀਆਂ, ਪਰਾਲੀ ਜਿਹੜੀ ਸੀ ਉਹਦੀ ਅਲੱਗ ਲੋਕਾਂ ਨੇ ਕਿੰਨੂ ਲਾਉਣੇ। ਉਸ ਤੋਂ ਬਾਅਦ ਕਿੰਨੂ ਦੋ ਤਰ੍ਹਾਂ ਦੇ ਹੁੰਦੇ, ਇੱਕ ਪਰਾਲੀ ਦਾ ਕਿੰਨੂ ਹੁੰਦਾ, ਇੱਕ ਕਈ ਜਗ੍ਹਾ ਤੇ ਕੁਝ ਹੋਰ ਵੀ ਕਹਿ ਦਿੰਦੇ ਹੋਣਗੇ, ਮਾਝੇ 'ਚ ਕਿੰਨੂ ਕਹਿੰਦੇ ਜੀ, ਕੁੱਪ ਕਹਿ ਦਿੰਦੇ, ਮਾਝੇ 'ਚ ਕਿੰਨੂ ਕਹਿ ਦਿੰਦੇ ਪਰਾਲੀ। ਸਾਡੇ 'ਚ ਕੁੱਪ ਮੂਸਲ ਤੂੜੀ ਦਾ ਬਣਾਉਂਦੇ ਆ, ਮਤਲਬ ਅਲੱਗ ਭਾਸ਼ਾ 12 ਇਹ ਪੰਜਾਬ ਦੀ ਖਾਸੀਅਤ ਹੈ ਜੀ। ਕਹਿੰਦੇ ਆ ਵੀ ਬਾਹਰੀ ਕੋਈ ਜਿਹੜੀ ਆ ਭਾਸ਼ਾ ਬਦਲ ਜਾਂਦੀ, ਬੋਲੀ ਬਦਲ ਜਾਂਦੀ, ਪਾਣੀ ਦਾ ਸਵਾਦ ਬਦਲ ਜਾਂਦਾ, ਪਾਣੀ ਦਾ ਸਵਾਦ ਅਲੱਗ। ਤੇ ਇਹੀ ਮੈਂ ਗੱਲ ਅੱਜ ਦਰਸ਼ਕਾਂ ਨਾਲ ਸਾਂਝੀ ਕਰਾਂਗਾ ਕਿ ਚੰਦ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਜਾਵਾਂਗੇ, ਲੇਕਿਨ ਇਹ ਨਹੀਂ ਕਿ ਮੇਰੇ ਦਿਲ ਦੀ ਭੜਾਸ ਆ। ਇਹ ਚੀਜ਼ਾਂ ਅਸੀਂ ਫੀਲ ਕੀਤੀਆਂ, ਜਦ ਕਿ ਇਹ ਚੀਜ਼ਾਂ ਮੈਂ 2013 'ਚ ਲਿਖੀਆਂ ਸੀਗੀਆਂ ਜੀ, ਅੱਜ ਤੋਂ ਕੋਈ 8 ਸਾਲ ਪਹਿਲਾਂ। ਅੱਛਾ ਜੀ, ਕਿਹੜੀਆਂ ਲਿਖੀਆਂ ਪਹਿਲਾਂ ਉਹੀ ਗੱਲ ਕਰਨੀ? ਉਹੀ ਗੱਲ ਕਰਾਂਗੇ ਜੀ। ਚਲੋ ਪਹਿਲਾਂ ਤੁਸੀਂ ਜਿਹੜੀਆਂ ਲਿਖੀਆਂ 2013 7-8 ਸਾਲ ਪਹਿਲਾਂ ਦੀ ਗੱਲ ਹੈ, 8 ਸਾਲ ਪਹਿਲਾਂ ਲਿਖੀਆਂ ਸੀਗੀਆਂ, ਇਹ ਮੈਂ ਸਾਂਝੀਆਂ ਕਰ ਲਗਾ ਮੈਂ ਜਰਾ। ਨਹੀਂ, ਅੱਜ ਤੁਹਾਨੂੰ ਲੱਗਦਾ ਇਹ ਗੱਲ ਦੱਸਣ ਤੋਂ ਪਹਿਲਾਂ ਕਿ ਅੱਜ ਵੀ ਉਨੀ ਸਾਰਥਕਤਾ ਹੈਗੀ ਹੈ? ਅੱਜ ਜ਼ਿਆਦਾ ਹੋ ਗਈ ਜੀ, ਅੱਜ ਜ਼ਿਆਦਾ ਹੋ ਗਈ, ਅੱਜ ਇਹਨਾਂ ਦੀ ਜ਼ਿਆਦਾ ਹੋ ਗਈ ਉਦੋਂ ਨਾਲੋਂ। ਤੇ ਉਦੋਂ ਮੈਨੂੰ ਐਨਕਾਂ ਨਹੀਂ ਸੀ ਲੱਗੀਆਂ, ਅੱਜ ਲੱਗ ਗਈਆਂ ਇਸੇ ਕਰਕੇ। ਠੀਕ ਆ, ਉਦੋਂ ਐਨਕਾਂ ਨਹੀਂ ਸੀ ਲੱਗੀਆਂ। ਹਾਂਜੀ, ਇਹਦੇ 'ਚ ਆ ਜੀ ਮਤਲਬ ਕਿ ਆਪਾਂ ਦਿਨਚਰਿਆ, ਸਮਾਜ, ਉਹ ਸਾਰਾ ਕੁਝ ਮੈਂ ਕੋਸ਼ਿਸ਼ ਕੀਤੀ ਕਿ ਕਵਿਤਾ 'ਚ ਹੀ ਸਮੇਟ ਦੇਵਾਂ। ਠੀਕ ਹੈ, ਬਹੁਤ ਵਧੀਆ। ਹਾਂਜੀ ਜੀ, ਸਵਖਤੇ ਉੱਠ ਕੇ ਨੌਜਵਾਨ ਪਹਿਲਾਂ ਭੁੱਕੀ ਕੈਪਸੂਲ ਖਾਣ। ਇਹ ਤੁਸੀਂ 2013 ਦੀ ਗੱਲ ਕਰਦੇ? ਇਹ ਅੱਜ ਵੀ ਚੱਲਦੀ ਹੈ, ਅੱਜ ਤਾਂ ਵਧੇ ਹੋਊਗਾ, ਕੈਪਸੂਲ ਵੀ ਖਾ ਜਾਂਦੇ। ਹਾਂਜੀ, ਟੀਕੇ ਨਾੜਾਂ ਵਿੱਚ ਲਗਵਾਉਣ, ਪੀਂਦੇ ਰੋਜ਼ ਦੇਸੀ ਸ਼ਰਾਬ, ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ ਪੰਜਾਬ। ਤੇ ਜਿਹੜੀ ਅਟੱਲ ਸੱਚਾਈ ਹੈ ਜੀ, ਪੁਲਸੀਏ ਗਾਲਾਂ ਬਿਨਾਂ ਨਾ ਰਹਿਣ, ਰਿਸ਼ਵਤ ਜੁੱਤੀਆਂ ਦੇ ਨਾਲ ਲੈਣ, ਹਿੱਸੇ ਅਫਸਰਾਂ ਦੇ ਤੱਕ ਪੈਣ, ਲੈਂਦੇ ਲੀਡਰ ਵੀ ਸਵਾਦ, ਕਿਉਂਕਿ ਲੀਡਰਾਂ ਤੱਕ ਇਹ ਸਾਰਾ ਕੁਝ ਪਹੁੰਚਦਾ ਜੀ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ ਪੰਜਾਬ। ਬਹੁਤ ਖੂਬ। ਹੁਣ ਵੇਖੋ ਜੀ, ਅਸੀਂ ਕਹਿੰਦੇ ਫਲਾਣਾ ਬੰਦਾ ਐਮਐਲਏ ਬਣਿਆ, ਦਿਨਾਂ 'ਚੋਂ ਨਹੀਂ ਨਾ ਕੁਝ ਬਣਾ ਗਿਆ। ਉਹ ਬਣਦਾ ਕਿਵੇਂ ਆ ਜੀ? ਪਹਿਲਾਂ ਐਮਐਲਏ ਪਾਉਂਦਾ ਸੀ ਪੱਠੇ, ਨੋਟ ਦਿਨਾਂ 'ਚ ਕਰ ਲਏ ਇਕੱਠੇ, 3 ਸਕੂਲ ਤੇ 2 ਨੇ ਪੱਠੇ, ਪਲਾਟਾਂ ਕਾਰਾਂ ਦਾ ਕੋਈ ਨਹੀਂ ਹਿਸਾਬ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ ਪੰਜਾਬ। ਇਹ ਜਿਹੜੇ ਰੰਗਲੇ ਪੰਜਾਬ ਦੀ ਅਸੀਂ ਗੱਲ ਕਰਦੇ ਆ, ਮੈਨੂੰ ਕਈ ਵਾਰੀ ਲੱਗੀ ਜਾਂਦਾ ਵੀ ਪੰਜਾਬ ਨੂੰ ਲਾਂਭੇ ਦੇਈ ਜਾਂਦੇ ਆ। ਇਹ ਅਸਲ ਵਿੱਚ ਤਾਂ ਕੀ ਹੈ ਕਿ ਜਿਹੜੇ ਰਾਜਨੀਤਿਕ ਲੋਕ ਹੈ, ਸਿਆਸੀ ਲੋਕ ਹੈ, ਉਹਨਾਂ ਨੇ ਬੇੜਾ ਗਰਕ ਕੀਤਾ। ਬਿਲਕੁਲ ਜੀ। ਉਹ ਉੱਤੇ ਤੋਂ ਜਦੋਂ ਠਾਹ ਨੂੰ ਬੇੜਾ ਗਰਕ ਸ਼ੁਰੂ ਹੁੰਦਾ, ਫਿਰ ਛੇਤੀ ਹੁੰਦਾ। ਕਈ ਵਾਰੀ ਤੁਸੀਂ ਗੱਲ ਬੜੀ ਪਿਆਰੀ ਕੀਤੀ, ਕਈ ਵਾਰੀ ਲੋਕ ਕਹਿੰਦੇ ਜੀ ਹੇਠੋਂ ਲੈ ਕੇ ਉੱਪਰ ਤੱਕ ਰਿਸ਼ਵਤ ਚੱਲਦੀ, ਅਸਲ 'ਚ ਉੱਪਰੋਂ ਲੈ ਕੇ ਥੱਲੇ ਤੱਕ ਚੱਲਦੀ। ਥੱਲੇ ਵਾਲੇ ਨੂੰ ਮਿਲਣਾ ਕੀ ਹੈ ਜੀ? ਇੱਕ SHO ਆ, ਮੰਨ ਲਓ ਹਫ਼ਤੇ ਦਾ ਲੱਖ ਰੁਪਇਆ ਇਕੱਠਾ ਕਰਦਾ, ਤੇ ਉਹਦੇ 'ਚੋਂ 50,000 ਤੇ ਐਮਐਲਏ ਨੂੰ ਜਾਂਦਾ, 50,000 ਵਿਚਾਰੇ ਮੁਨਸ਼ੀ ਤੱਕ, ਆਪਦੇ ਅਫਸਰਾਂ ਨੂੰ ਵੀ ਦੇਣਾ, ਅਫਸਰਾਂ ਨੂੰ ਮੁਨਸ਼ੀ ਤੱਕ ਆਉਂਦੇ ਤਾਂ ਰੁਪਈਆ 150 ਰਹਿ ਜਾਂਦਾ ਜੀ। ਪੈਸੇ ਮੁਨਸ਼ੀ ਨੇ ਇਕੱਠੇ ਕਰਨੇ ਆ, ਪੈਸੇ ਉਹਨੇ ਇਕੱਠੇ ਕਰਨੇ, ਉਹਦੀ ਜੇਬ 'ਚ ਪੈਣੇ ਨਹੀਂ, ਉਹਦੇ 150 ਜੋਗਾ ਹੀ ਆ। ਉਹ ਸ਼ਾਮ ਨੂੰ ਲੈ ਜਾਣਾ, ਉਹ ਤੇ ਸ਼ਾਮ ਨੂੰ ਕਹਿੰਦਾ ਹੁਣ ਮੁਨਸ਼ੀ ਨੂੰ, ਉਹ ਮੁਨਸ਼ੀ DSP ਸਾਹਿਬ ਦਾ ਫੋਨ ਆਇਆ ਵਾ, ਉੱਥੇ ਮੱਛੀ ਭੇਜਣੀ ਆਪਾਂ। ਹਾਂ ਬਿਲਕੁਲ, ਉਹ ਮੱਛੀ ਹੁਣ ਤਰ ਕੇ ਜਾਣੀ। ਜਾਂ ਉਹ ਵੀ ਕਹਿ ਸਕਦਾ ਗੱਡੀ 'ਚ ਤੇਲ ਪਾਉਣਾ, ਕੋਈ ਪੈਸਾ ਤੇ ਲਾਇਆ ਵੀ ਆ ਕਿ ਨਹੀਂ ਆਇਆ, ਕਿਸੇ ਨਾਕੇ ਨੁਕੇ ਤੋਂ ਇਕੱਠਾ ਹੋਇਆ ਕਿ ਹੈ। ਬਿਲਕੁਲ ਜੀ, ਕਿਉਂਕਿ ਕਾਫੀ ਲੰਮਾ ਆ, ਮੈਂ ਸੋਚਦਾ ਮੈਂ ਨਾਲ ਤੁਹਾਨੂੰ ਸਮਝ ਜਾਵਾਂ। ਕਿਉਂਕਿ ਤੁਸੀਂ ਲੀਡਰਾਂ ਦੀ ਗੱਲ ਕੀਤੀ ਹੈ, ਲੀਡਰ ਦੇਸ਼ ਨੂੰ ਚੂਨਾ ਲਾਉਣ, ਬੱਚੇ ਵਿੱਚ ਵਿਦੇਸ਼ੀ ਪੜਾਉਣ, ਵੋਟਰ ਨਿੱਤ ਤਰੱਕੀ ਨੂੰ ਰੋਣ, ਹਰ ਮਹਿਕਮੇ ਦਾ ਹਾਲ ਖਰਾਬ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ। ਅਸੀਂ ਇਹ ਨਹੀਂ ਕਹਿ ਸਕਦੇ ਪੁਲਿਸ ਮਾੜੀ ਆ, ਡਾਕਟਰਾਂ ਦਾ ਮਹਿਕਮਾ ਸਾਰਾ ਕੁਝ ਹੀ ਇਦਾਂ ਹੈ, ਜਾਂ ਆਪਣਾ ਬਿਜਲੀ ਦਾ ਮਾੜਾ, ਸਾਰਿਆਂ ਦਾ ਹੀ ਲਗਭਗ ਇੱਕੋ ਜਿਹਾ ਹਾਲ ਆ। ਹੁਣ ਭੈਣਾਂ ਵਾਲੀ ਗੱਲ ਆ ਗਈ ਜੀ, ਭੈਣਾਂ ਜਿੰਨੀ ਤਰੱਕੀ ਕੀਤੀ ਉਹ ਵਧੀਆ, ਜਿਹੜੀਆਂ ਨੇ ਵਧੀਆ ਤਰੀਕੇ ਨਾਲ ਕੀਤੀ, ਲੇਕਿਨ ਕਿੰਨੀ ਤਰੱਕੀ ਕਰ ਗਈ ਨਾਰੀ, ਟੱਪ ਕੇ ਘਰ ਦੀ 4 ਦੀਵਾਰੀ, ਮੌਜ ਮਸਤੀ ਫੈਸ਼ਨ ਭਾਰੀ, ਕਿਉਂਕਿ ਬਿਊਟੀ ਪਾਰਲਰ ਖੁੱਲ ਗਏ, ਸਭ ਕੁਝ ਖੁੱਲ ਗਿਆ, ਛੋਟੇ ਕੱਪੜੇ ਸ਼ੁਰੂ ਹੋ ਗਏ। ਸਾਡੀਆਂ ਮਾਵਾਂ ਭੈਣਾਂ ਪਹਿਲਾਂ ਕਿੱਥੇ ਪਾਉਂਦੀਆਂ ਸੀਗੀਆਂ? ਪੀਵੇ ਸਿਗਰਟ ਤੇ ਸ਼ਰਾਬ, ਜਿਹੜਾ ਸਭ ਤੋਂ ਮਾੜਾ ਟ੍ਰੈਂਡ ਸ਼ੁਰੂ ਹੋਇਆ ਜੀ, ਚਾਹੇ ਬੀਅਰ ਪੀਣ, ਚਾਹੇ ਵਿਸਕੀ ਪੀਣ, ਚਾਹੇ ਦੂਜੀਆਂ ਪੀਣ, ਪੀਵੇ ਸਿਗਰਟ ਤੇ ਸ਼ਰਾਬ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ ਪੰਜਾਬ। ਹਰ ਇੱਕ ਚੀਜ਼ 'ਚ ਜਿੱਥੇ ਮਿਲਾਵਟ ਆ ਗਈ, ਗਾਇਕੀ ਵਿੱਚ ਗਿਰਾਵਟ, ਵਿਕਦਾ ਗੰਦ ਜਿੱਥੇ ਫਟਾਫਟ। ਵੀ ਮਾੜੀ ਚੀਜ਼ ਕੋਈ ਗਾ ਲਓ, ਮਿੰਟੋ ਮਿੰਟੀ ਵਿਕਦੀ, ਚੰਗੇ ਗਾਇਕ ਨਹੀਂ ਚੱਲਦੇ ਜੀ। ਨਿੱਤ ਸੱਭਿਆਚਾਰ ਦੇ ਨਾਂ ਤੇ ਕੱਪੜੇ ਲਾਉਂਦੀਆਂ ਵੀਡੀਓ ਬੇਹਿਸਾਬ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ ਪੰਜਾਬ। ਬੱਚੇ ਬਾਬਿਆਂ ਦੇ ਵੱਖਰੇ ਸਟਾਈਲ, ਵੱਡੀਆਂ ਕਾਰਾਂ, ਮਹਿੰਗੇ ਮੋਬਾਈਲ, ਰੱਖਦੇ ਬੀਬੀਆਂ ਨਾਲ ਸਮਾਈਲ, ਡੇਰਿਆਂ ਉੱਤੇ ਅਯਾਸ਼ੀ ਚੱਲੇ, ਸੁਲਫੇ ਤੇ ਸ਼ਰਾਬ। ਇਹ ਮੇਰਾ ਰੰਗਲਾ ਪੰਜਾਬ। ਕਿਉਂਕਿ ਆਮ ਹੀ ਲੋਕਾਂ ਨੇ ਇਹ ਚੀਜ਼ ਤੇ ਵੇਖੀ। ਤੁਸੀਂ ਮੈਨੂੰ ਲੱਗਦਾ ਕੋਈ ਛੱਡੀ ਨਹੀਂ ਗੱਲ ਜਿਹੜੀ ਕਹਿਣ ਵਾਲੀ ਹੋਊਗੀ, ਰੰਗਲਾ ਪੰਜਾਬੀ ਕਹੀ ਜਾਂਦੇ। ਹਾਂਜੀ ਵਧੀਆ ਜੀ। ਆ ਤੁਹਾਨੂੰ ਸਾਡਾ ਮਹਿਕਮਾ ਪਟਵਾਰੀਆਂ ਵਾਲਾ ਆਉਣ ਲੱਗਾ ਜੀ। ਅੱਛਾ। ਜਾਦਾ ਕਾਕਾ ਲੱਗਾ ਪਟਵਾਰੀ, ਨਿਕਲ ਗਈ ਗਰੀਬੀ ਸਾਰੀ, ਕੋਠੀ ਪੈਸਾ ਕਾਰ ਸਫਾਰੀ, ਤਹਿਸੀਲਦਾਰ ਤੇ ਕਾਨੂੰਗੋਨਾ ਬਹਿ ਕੇ ਵੰਡੇ ਹਿਸਾਬ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ ਪੰਜਾਬ।
ਜਿੱਥੇ ਹਰ ਸਰਕਾਰੀ ਬੋਲੀ ਜਾਂਦੀ ਆ ਰਿਸ਼ਵਤ ਨਾਲ ਬੋਲੀ, ਜੇ ਤੂੰ ਜੇਬ ਰਤਾ ਨਾ ਖੋਲੀ, ਰਤਾ ਹੁੰਦਾ ਥੋੜੀ ਜਿਹੀ, ਜੇ ਤੂੰ ਜੇਬ ਰਤਾ ਨਾ ਖੋਲੀ ਭੁੱਲ ਜਾਈ ਠੇਕਿਆਂ ਦਾ ਸਵਾਦ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਬਿਨਾਂ ਰਿਸ਼ਵਤ ਤੋਂ ਤੇ ਤੁਹਾਨੂੰ ਟੈਂਡਰ ਵੀ ਨਹੀਂ ਮਿਲਣਾ। ਬਾਕੀ ਤੇ ਦੂਰ ਦੀਆਂ ਗੱਲਾਂ ਜੀ। ਲੀਡਰ ਜਾਂ ਮਹਿਕਮਾ ਸਰਕਾਰੀ ਵੜ ਨਹੀਂ ਦੇਣਾ ਬੰਦਾ ਬਾਹਰੀ। ਪਹਿਲਾਂ ਤਾਂ ਲੀਡਰਾਂ ਵੀ ਆਪਣੀਆਂ ਫੈਮਲੀਆਂ ਪਾਲੀਆਂ, ਹੁਣ ਤਾਂ ਮਹਿਕਮੇ 'ਚ ਹੁੰਦਾ ਮੈਂ ਲੱਗਾਂਗਾ ਮੇਰਾ ਮੁੰਡਾ ਜੌਬ ਤੇ ਗਾ ਉਹ ਜੌਬ ਤੇ। ਲੀਡਰ ਜਾਂ ਮਹਿਕਮਾ ਸਰਕਾਰੀ ਵੜ ਨਹੀਂ ਦੇਣਾ ਬੰਦਾ ਬਾਹਰੀ, ਇੱਕੋ ਟੱਬਰ ਦੀ ਸਰਦਾਰੀ ਹਰ ਪਾਸੇ ਜੀਜਾ ਸਾਲਾਵਾਦ। ਇਹ ਡਾਇਰੈਕਟ ਹੋ ਜਾਂਦਾ ਭਾਈ ਭਤੀਜਾਵਾਦ, ਸਿੱਧਾ ਹੀ ਤੁਸੀਂ ਲਾਈ ਜਾਂਦੇ। ਮੈਨੂੰ ਲੱਗਦਾ ਕਿ ਇੱਕ ਟੱਬਰ ਦੇ ਜੀਆਂ ਦੇ ਉੱਤੇ, ਇੱਕ ਟੱਬਰ ਦੇ ਨਹੀਂ ਜੀ, ਸਾਰਿਆਂ ਦੀ ਸਾਰੇ ਟੱਬਰ ਇਦਾਂ ਦੇ, ਸਾਰਿਆਂ ਦਾ ਇਹ ਹਾਲ ਹੋ ਗਿਆ। ਜੇ ਸਿਆਸੀ ਟੱਬਰ ਜਿਹੜੇ ਸਿਆਸੀ ਛੱਡੋ, ਹੁਣ ਤੇ ਮਹਿਕਮੇ 'ਚ ਵੀ ਹੋ ਗਿਆ। ਜੇ ਆਪ IAS ਅਫਸਰ ਆ, ਉਹ ਭਾਵੇਂ 40 ਲੱਖ ਲਾ ਕੇ ਮੁੰਡੇ ਨੂੰ IAS ਬਣਾਉਂਦਾ। ਆਪ ਡਾਕਟਰ ਆ, ਭਾਵੇਂ ਕਿਸੇ ਪ੍ਰਾਈਵੇਟ ਇੰਸਟੀਚਿਊਟ 'ਚ ਉਹਨੂੰ ਐਡਮਿਸ਼ਨ ਦਵਾ ਕੇ MBBS ਕਰਾਵੇ, ਉਹਨੇ ਡਾਕਟਰ ਹੀ ਬਣਾਉਣਾ। ਬਾਅਦ 'ਚ ਭਾਵੇਂ ਬੰਦੇ ਹੀ ਮਾਰੇ। ਠੀਕ ਹਾਂਜੀ, ਹਰ ਪਾਸੇ ਭਾਈ ਭਤੀਜਾਵਾਦ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ ਪੰਜਾਬ। ਜਿੱਥੇ ਰੱਬ ਨੂੰ ਲੱਗਣ ਕੁੰਡੀਆਂ, ਪਾਉਂਦੇ ਧਰਮਾਂ ਦੇ ਵਿੱਚ ਸੁੰਡੀਆਂ। ਨਹੀਂ ਜੀ, ਉਹ ਫਲਾਣਾ ਬੰਦਾ ਗਲਤ ਪੜ੍ਹਦਾ ਆ, ਫਲਾਣਾ ਬੰਦੇ ਨੂੰ ਪਤਾ ਹੀ ਨਹੀਂ ਕਥਾ ਕੀ ਕਰਨੀ ਹੈ। ਠੀਕ ਹੈ, ਇਹ ਦਸਮ ਗ੍ਰੰਥ ਵਾਲੇ ਗਲਤ ਆ ਜੀ। ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਵਾਲੇ ਪਾਸਿਓਂ ਬਰਾਬਰ ਤੇ ਰੱਖਣਾ ਚਾਹੀਦਾ। ਅਸੀਂ ਕੌਣ ਹੁੰਦੇ ਹਾਂ ਜਦੋਂ ਗੁਰੂ ਨੇ ਜੋ ਕੋਈ ਸਾਜਤਾ ਵਧੀਆ, ਠੀਕ ਹੈ। ਪਹਿਲਾਂ ਮੈਂ ਅਗਲੀ ਵਾਰ ਇਹਨਾਂ ਨਾਲ ਗੱਲ ਕਰਾਂਗਾ, ਲੈ ਕੇ ਆਵਾਂਗਾ ਹਫ਼ਤਾ ਵੀ ਪਹਿਲਾਂ ਗੁਰੂ ਗ੍ਰੰਥ ਨੂੰ ਪੜ੍ਹੋ ਪੂਰਾ, ਫਿਰ ਦਸਮ ਗ੍ਰੰਥ ਨੂੰ ਫੋਲਿਓ ਹੋਏ ਤੇ ਲੋਕਾਂ ਪਾ ਦਿੱਤੀਆਂ ਤੁਹਾਡੇ ਵਿੱਚ ਵੰਡੀਆਂ, ਤੇ ਤੁਸੀਂ ਰੁਲ ਚੱਲੇ ਐਵੇਂ ਭੋਲੇ ਹੋਏ। ਇਹ ਵੀ ਰਾਜਨੀਤੀ ਹੈ ਬਹੁਤ ਤਕੜੀ, ਬੜੀ ਤਕੜੀ ਰਾਜਨੀਤੀ ਹੈ ਜੀ। ਉਹ ਵੀ ਬਲਕਿ ਸਾਡਾ ਤਾਂ ਫਿਰ ਦਿਲ ਬਲੂੰਦਰ ਆ ਜਾਂਦਾ ਇਸ ਲਾਈਨ ਵਾਲੇ। ਹਾਂਜੀ, ਆ ਗਿਆ ਜੀ। ਜਿੱਥੇ ਰੱਬ ਨੂੰ ਲੱਗਣ ਕੁੰਡੀਆਂ, ਪਾਉਂਦੇ ਧਰਮਾਂ ਦੇ ਵਿੱਚ ਸੁੰਡੀਆਂ, ਪ੍ਰਚਾਰਕ ਬਣ ਤਲਵਾਰਾਂ ਖੁੰਡੀਆਂ। ਸਿੱਧਾ ਫੱਟ ਕੋਈ ਪ੍ਰਚਾਰਕ ਨਹੀਂ ਮਾਰਦਾ, ਸਾਰੇ ਖੁੰਡੇ ਹੋ ਕੇ ਗੁੱਝੀਆਂ ਸੱਟਾਂ ਮਾਰ ਰਹੇ ਆ। ਪ੍ਰਚਾਰਕ ਬਣ ਤਲਵਾਰਾਂ ਖੁੰਡੀਆਂ, ਕਰਦੇ ਧਰਮਾਂ ਦਾ ਕਬਾਬ। ਇਹ ਮੇਰਾ ਰੰਗਲਾ ਪੰਜਾਬ, ਇਹ ਮੇਰਾ ਰੰਗਲਾ ਪੰਜਾਬ। ਫੋਕੀ ਸ਼ੋਹਰਤ ਝੂਠੇ ਗਵਈਏ। ਹੁਣ ਵੇਖੋ ਜੀ, ਗੁਣ ਗਾਈ ਜਾਂਦੇ ਆ ਜੀ, ਜੱਟਾਂ ਕੋ ਸਫਾਰੀਆਂ, ਜੱਟਾਂ ਕੋ ਜੇ ਕਿੰਨੇ % ਜੱਟਾਂ ਕੋ ਸਫਾਰੀਆਂ ਤੇ ਕਿੰਨੇ % ਕੋ ਜੇ ਬਾਕੀਆਂ ਦਾ ਵੀ ਕੁਝ ਗਾ ਲਓ ਜਿਹੜੇ ਮਾਰਦੇ ਜਾਂਦੇ, ਜਿਹੜੇ ਉਹਦਾ ਇਹੋ ਜਿਹੇ ਗੀਤ ਗਾ ਕੇ ਭੂਏ ਕਰਦੇ ਆਮ ਲੋਕਾਂ ਨੂੰ ਵੀ ਉਹ ਆਪਦੇ ਪਿਓ ਮਾਪਿਓ ਦੇ ਗਲਾਂ 'ਚ ਗੁੱਠੇ ਦੇਣ ਤੇ ਕਰਜ਼ਾਈ ਹੋ ਜਾਓ। ਕਰਜ਼ਾਈ ਕਰਦੇ ਹੋ। ਹਾਂਜੀ, ਫੋਕੀ ਸ਼ੋਹਰਤ ਝੂਠੇ ਗਵਈਏ, ਆਪਾਂ ਵਿਹਲੇ ਕੰਮ ਤੇ ਬਈਏ। ਆਪਾਂ ਵਿਹਲੇ ਕੰਮ ਤੇ ਬਈਏ। ਫੋਕੀ ਸ਼ੋਹਰਤ ਝੂਠੇ ਗਵਈਏ, ਆਪਾਂ ਵਿਹਲੇ। ਵੇਖ ਲਓ ਜਿਹੜੇ ਆਪ ਕੰਮ ਨਹੀਂ ਕਰਦਾ ਤੇ ਬਈਏ ਇੱਕ ਦੇ 2 ਰੱਖੇ ਆ। ਆਪਾਂ ਵਿਹਲੇ ਕੰਮ ਤੇ ਬਈਏ। ਪੈਲਸ ਹਰ ਕੰਮ ਤੇ ਕਰ ਲਈਏ। ਆਪਾਂ ਕੋਸ਼ਿਸ਼ ਕੀਤੀ ਜਨਮ ਦਿਨ ਤੇ ਪੈਲਸ, ਕੱਠ ਤੇ ਵੀ ਪੈਲਸ, ਜਿਹਨੂੰ ਭੋਗ ਕਹਿੰਦੇ ਉਹ ਤੇ ਵੀ ਪੈਲਸ, ਵਿਆਹ ਤੇ ਵੀ ਪੈਲਸ, ਸਗਨ ਤੇ ਵੀ ਪੈਲਸ। ਪੈਲਸ ਹਰ ਕੰਮ ਤੇ ਕਰ ਲਈਏ, ਖਰਚੇ ਖੁੱਲੇ ਬੇਹਿਸਾਬ। ਇਹ ਮੇਰਾ ਰੰਗਲਾ ਪੰਜਾਬ। ਪਹਿਲਾਂ ਦੱਸੋ, ਚਾਹ ਤੇ ਨਹੀਂ ਪਈ ਤੁਹਾਡੀ? ਬਾਕੀ ਮੈਂ ਪੀ ਚੁੱਕਾ ਆਪਦੀ। ਨਹੀਂ, ਉਹ ਕੋਈ ਨਹੀਂ, ਉਹ ਚਾਹ ਹੁਣ ਚੱਲੀ ਜਾਊਗੀ ਨਾ ਕਰ ਲਈਓ। ਮੈਂ ਕਹਿੰਦਾ ਹੁਣ ਚੱਲੀ ਜਾਊ ਜੀ। ਠੀਕ। ਪਹਿਲਾਂ ਦਾਜ ਸੀ ਲੈਂਦੇ ਮੁੰਡੇ, ਪਹਿਲਾਂ ਦਾਜ ਸੀ ਲੈਂਦੇ ਮੁੰਡੇ, ਕੁੜੀਆਂ ਪੜ ਲਾਤੇ ਖੁੰਝੇ। ਕਿਆ ਹੁਣ ਕੁੜੀਆਂ ਪੜਦੀਆਂ ਜੀ। ਨਵਾਂ ਟ੍ਰੈਂਡ ਹੈ। ਨਵਾਂ ਟ੍ਰੈਂਡ ਇਹ ਮੈਂ ਹੁਣ ਲਿਖਿਆ, ਉਹ ਪਹਿਲਾਂ ਸੀ। ਅੱਛਾ। ਪਹਿਲਾਂ ਦਾਜ ਸੀ ਲੈਂਦੇ ਮੁੰਡੇ, ਕੁੜੀਆਂ ਪੜ ਲਾਤੇ ਖੁੰਝੇ। ਘਰੋਂ ਅਮੀਰ ਤੇ ਅਕਲੋਂ ਖੁੰਡੇ, ਜਾਂਦੇ 20 ਲੱਖ ਵਿੱਚ ਫੁੰਡੇ। ਬਿਲਕੁਲ। ਹੁਣ ਇਹੀ ਚੱਲ ਰਿਹਾ, ਇਹ ਕੁਝ ਹੋ ਰਿਹਾ। ਬਿਲਕੁਲ। ਆ ਕੈਨੇਡਾ ਬਗਾਨੇ ਸਿਰ ਤੇ ਚਕਨਾ ਚੂਰ ਹੁੰਦੇ ਖਵਾਬ। ਇਹ ਮੇਰਾ ਰੰਗਲਾ ਪੰਜਾਬ, ਉਹ ਮੇਰਾ ਰੰਗਲਾ ਪੰਜਾਬ। ਹੁਣ ਵਿਦੇਸ਼ ਨਾ ਪਹਿਲਾਂ ਵਾਲੇ, ਹੁਣ ਵਿਦੇਸ਼ ਵੀ ਉਹ ਨਹੀਂ ਰਹਿ ਗਿਆ। ਇਹ ਤਾਜ਼ੀ ਚੀਜ਼ ਹੈ ਜੀ। ਹੁਣ ਵਿਦੇਸ਼ ਨਾ ਪਹਿਲਾਂ ਵਾਲੇ, ਲੁੱਟਣ ਪੰਜਾਬੀ ਗੋਰੇ ਕਾਲੇ। ਸਾਰੇ ਇੱਕ ਦੂਜੇ ਨੂੰ ਲੁੱਟੀ ਜਾਂਦੇ, ਸਟੂਡੈਂਟਾਂ ਨੂੰ ਜਾਂ ਘੱਟ ਪੜ੍ਹਿਆਂ ਨੂੰ। ਲੁੱਟਣ ਪੰਜਾਬੀ ਗੋਰੇ ਕਾਲੇ, ਬਜ਼ੁਰਗ ਫਸ ਗਏ ਰੋਂਦੇ ਭੋਲੇ ਭਾਲੇ। ਆ ਗਏ ਘਰ ਨੂੰ ਲਾ ਕੇ ਤਾਲੇ, ਕਿੱਧਰ ਹੁਣ ਜਾਣਗੇ ਤੁਰ ਕੇ, ਕਿੱਥੇ ਰੰਗਲਾ ਖੁਆਬ। ਇਹ ਮੇਰਾ, ਉਹ ਮੇਰਾ ਰੰਗਲਾ ਪੰਜਾਬ, ਉਹ ਮੇਰਾ ਰੰਗਲਾ ਪੰਜਾਬ। ਕਿਉਂਕਿ ਇਹ ਹੁਣ ਇੱਥੇ ਆ ਗਏ ਆ। ਉੱਥੇ ਅਸੀਂ ਕੀ ਕਹਿੰਦੇ ਆ ਜੀ ਜਦੋਂ ਤੁਰ ਲੱਗਦੇ ਆ? ਪ੍ਰਦੂਸ਼ਣ, ਬੇਰੁਜ਼ਗਾਰੀ, ਰਿਸ਼ਵਤ ਖੋਰੀ, ਅਫਸਰ ਲੁੱਟਣ ਜੋਰੋ ਜੋਰੀ। ਇਹੋ ਕਹਿ ਕੇ ਆਉਂਦੇ ਜੀ ਉੱਥੇ ਪ੍ਰਦੂਸ਼ਣ ਬੜਾ ਜੀ, ਉੱਥੇ ਰਿਸ਼ਵਤ ਬੜੀ ਆ ਜੀ, ਉੱਥੇ ਬੇਰੁਜ਼ਗਾਰੀ ਆ ਜੀ, ਉੱਥੇ ਲੁੱਟ ਖਸੁੱਟ ਬੜੀ ਜੀ। ਬਿਲਕੁਲ ਠੀਕ। ਪ੍ਰਦੂਸ਼ਣ, ਬੇਰੁਜ਼ਗਾਰੀ, ਰਿਸ਼ਵਤ ਖੋਰੀ, ਅਫਸਰ ਲੁੱਟਣ ਜੋਰੋ ਜੋਰੀ, ਪੂਰੀ ਸ਼ਾਸਨ ਦੀ ਕਮਜ਼ੋਰੀ, ਹਰ ਮਹਿਕਮੇ ਦੇ ਵਿੱਚ ਮੋਰੀ। ਕੰਮ ਜਿੱਥੋਂ ਮਰਜ਼ੀ ਥੱਲੇ ਉੱਤੋਂ ਜਿੱਥੋਂ ਮਰਜ਼ੀ ਕਰਾ ਲਓ। ਬਿਲਕੁਲ ਚੋਰ ਮੋਰੀਆਂ ਬਹੁਤ ਆ। ਹਾਂਜੀ, ਰੋਟੀ ਰਜਵੀਂ ਨਹੀਂ ਜੇ ਮਿਲਦੀ, ਫਿਰ ਬੰਦਾ ਕੀ ਲਊ ਜੁਲਾਬ। ਉਹ ਸੀ ਮੇਰਾ ਰੰਗਲਾ ਪੰਜਾਬ, ਉਹ ਸੀ ਮੇਰਾ ਰੰਗਲਾ
ਪੰਜਾਬ। ਠੀਕ ਮੰਨੋ ਬਲ ਦੀ ਹੰਬਲਾ ਮਾਰੋ, ਆਪਣੇ ਆਪ ਹੀ ਸੋਚੋ ਤੇ ਵਿਚਾਰੋ, ਪੰਡਤ ਮੁੱਲਾਂ ਪਾਦਰੀ ਤੇ ਸਰਦਾਰੋ, ਰਲ ਮਿਲ ਤੁਸੀਂ ਪੰਜਾਬ ਸੁਧਾਰੋ, ਮਹਿਕਾਂ ਸਾਂਭ ਕੇ ਰੱਖ ਲਓ, ਕਿਤੇ ਸੁੱਕ ਨਾ ਜਾਵੇ ਗੁਲਾਬ। ਕੀ ਬਾਤ, ਬਹੁਤ ਖੂਬ। ਉਹ ਸੀ ਸਾਡਾ ਰੰਗਲਾ ਪੰਜਾਬ। ਬਲ ਸਾਹਿਬ, ਗੱਲਾਂ ਤੁਸੀਂ ਸਾਰੀਆਂ ਚੰਗੀਆਂ ਕਹੀਆਂ, ਹਾਂਜੀ, ਪਰ ਇੱਕ ਗੱਲ ਦੱਸੋ ਮੈਨੂੰ ਵੀ ਅਸੀਂ ਉਸ ਪੰਜਾਬ ਦੀ ਗੱਲ ਕਰਦੇ, ਪੰਜਾਬ ਤਾਂ ਸਾਡੇ ਪੰਜਾਬੀਆਂ ਨੇ ਕਈ ਬਣਾਤੇ। ਬਿਲਕੁਲ ਜੀ। ਵੇਖੋ ਕੈਨੇਡਾ ਦੇ ਵਿੱਚ ਵੀ ਪੰਜਾਬ ਆ, ਆਸਟ੍ਰੇਲੀਆ ਵਿੱਚ ਵੀ, ਨਿਊਜ਼ੀਲੈਂਡ ਵਿੱਚ ਵੀ, ਅਮਰੀਕਾ ਵਿੱਚ ਵੀ, ਇੰਗਲੈਂਡ ਵਿੱਚ ਵੀ, ਜਰਮਨ 'ਚ ਵੀ ਇੱਕ ਹੋਰ ਪੰਜਾਬ ਬਣ ਗਿਆ। ਪਰ ਇੰਨੀ ਵੱਡੀ ਗਿਣਤੀ 'ਚ ਪੰਜਾਬੋਂ ਬਾਹਰ ਲੋਕ ਆ ਗਏ, ਪੰਜਾਬੀ ਸਾਡੇ ਉਹਨਾਂ ਨੇ ਇੱਕ ਨਵਾਂ ਦੇਸ਼ ਬਣਾਤਾ। ਠੀਕ ਹੈ ਜੀ। ਬਿਨਾਂ ਸ਼ੱਕ ਸਾਨੂੰ ਹੇਰਵਾ, ਸਾਨੂੰ ਦੁੱਖ ਹੈ ਜੋ ਉੱਥੇ ਹੋ ਰਿਹਾ। ਬਿਲਕੁਲ ਤਕਲੀਫ ਹੋ ਰਹੀ, ਤਾਂ ਹੀ ਤੁਸੀਂ ਕਵਿਤਾ ਲਿਖੀ ਨਾ ਜੀ। ਤੁਹਾਨੂੰ ਲੱਗਦਾ ਕਿ ਉੱਥੇ ਗੱਲ ਕੱਟੀ ਜਾਂਦੀ ਹੈ, ਕਿਉਂਕਿ ਫਿਰ ਲੜੀ ਨਾ ਲੜੀ ਹਾਂਜੀ। ਅਸੀਂ ਬਾਹਰ ਆ ਕੇ ਇੰਨੇ ਪੰਜਾਬ ਬਣਾਏ, ਇੰਨਾ ਕੁਛ ਕੀਤਾ, ਅਸੀਂ ਕਹਿੰਦੇ ਕਿ ਹਰ ਦੇਸ਼ 'ਚ ਪੰਜਾਬ ਬਣਾ ਲਿਆ, ਮੰਨ ਲੈਂਦੇ ਹਾਂ ਜੀ। ਪਰ ਲੋਕਾਂ ਦੇ ਰਾਜ ਥੱਲੇ ਪੰਜਾਬ ਬਣਾਏ ਅਸੀਂ, ਕਿਉਂਕਿ ਕਾਨੂੰਨ ਹੈ ਲੋਕਾਂ ਦਾ। ਤੇ ਕਿਉਂ ਨਹੀਂ ਅਸੀਂ ਇਹੋ ਸੇਮ ਚੀਜ਼ ਆਪਣੇ ਦੇਸ਼ 'ਚ ਸੁਧਾਰ ਕਰਦੇ? ਨਹੀਂ, ਮੈਂ ਉੱਥੇ ਹੀ ਆਉਣ ਲੱਗਾ ਸੀਗਾ ਵੀ ਅਸੀਂ ਸਿਰਫ ਬਾਹਰ ਪੰਜਾਬ ਆ ਕੇ ਬਣਾ ਲਿਆ। ਮੰਨ ਲਓ ਕੈਨੇਡਾ ਜਾ ਕੇ ਪੰਜਾਬ ਬਣਾ ਲਿਆ, ਜਦੋਂ ਉੱਥੇ ਨਗਰ ਕੀਰਤਨ ਹੁੰਦੇ ਆ, ਦੇਖਣ ਵਾਲਾ ਜਲਾਅ ਹੁੰਦਾ। ਬਿਲਕੁਲ ਲੱਖਾਂ ਦੀ ਗਿਣਤੀ ਵਿੱਚ ਟੋਰਾਂਟੋ, ਵੈਨਕੂਵਰ ਜਦੋਂ ਨਗਰ ਕੀਰਤਨ ਨਿਕਲਦੇ ਆ, ਹੁੰਦੇ ਆ ਹਾਂਜੀ। ਵਿਨੀਪੈਗ ਵਿੱਚ ਵੀ 40-50 ਬੰਦਾ ਤਾਂ ਇਕੱਠਾ ਹੋ ਜਾਂਦਾ ਹੁੰਦੇ ਆ ਜੀ। ਅਸੀਂ ਪਰਮਿਸ਼ਨਾਂ ਲੈਨੇ ਆ, ਅਸੀਂ ਲਾਈਨਾਂ 'ਚ ਡਿਸਪਲਿਨ 'ਚ ਰਹਿੰਦੇ ਆ, ਅਸੀਂ ਡਿਸਪਲਿਨ 'ਚ ਰਹਿੰਦੇ ਆ। ਉੱਥੇ ਸਾਨੂੰ ਕੀ ਬਿਮਾਰੀ ਪੈ ਜਾਂਦੀ ਹੈ? ਨਹੀਂ, ਪਰ ਉੱਥੇ ਦੇਖੋ, ਜੇ ਇੱਥੇ ਲੋਕ, ਇੱਥੋਂ ਦੇ ਲੋਕ ਜਾਂ ਅਸੀਂ ਵਿੱਚ ਹੀ ਆ, ਅਸੀਂ ਕਾਇਦੇ ਕਾਨੂੰਨ ਨੂੰ ਮੰਨਦੇ ਆ, ਤੇ ਕਾਇਦੇ ਕਾਨੂੰਨ ਤਾਂ ਸਰਕਾਰ ਨੇ ਬਣਾਏ ਨਾ। ਬਿਲਕੁਲ। ਉੱਥੇ ਸਰਕਾਰ ਬਣਾ ਲਵੇ, ਲੋਕੀ ਮੰਨਿਆ ਕਰਨਗੇ। ਨਹੀਂ ਜੀ, ਵੇਖੋ ਸਰਕਾਰ ਬਣਾਉਣਾ ਕੌਣ ਹੈ ਉੱਥੇ? ਇੱਥੇ ਵੀ ਅਸੀਂ ਚਲੋ ਥੋੜਾ ਯੋਗਦਾਨ ਪਾਉਂਦੇ, ਬਾਕੀ ਤਾਂ ਦੂਜੇ ਲੋਕ ਯੋਗਦਾਨ ਪਾਉਂਦੇ ਨਾ, ਉਹਨਾਂ ਨੇ ਨਕੇਲ ਫੜੀ ਆ, ਸਰਕਾਰਾਂ ਬਣਾਉਂਦੇ ਨੇ। ਉੱਥੇ ਵੀ ਸਰਕਾਰ ਵੀ ਅਸੀਂ ਬਣਾਉਂਦੇ ਆ, ਉੱਥੇ ਤਾਂ ਬਲਕਿ ਇੱਥੇ ਤਾਂ ਲੀਡਰ ਦੂਜੇ ਨੇ, ਉੱਥੇ ਤਾਂ ਲੀਡਰ ਵੀ ਸਾਡੇ ਨੇ, ਉੱਥੇ ਅਫਸਰ ਵੀ ਸਾਡੇ ਚੋਂ, ਉੱਥੇ ਹਰ ਬੰਦਾ ਸਾਡੇ ਚੋਂ। ਬਿਲਕੁਲ। ਉੱਥੇ ਸੁਧਾਰ ਸੌਖਾ ਆ। ਇੱਥੇ ਵੀ ਹੁਣ ਜਸਟਿਸ ਡਿਪਾਰਟਮੈਂਟ ਦੀ ਗੱਲ ਕਰੀਏ ਅਸੀਂ, ਯਾਨੀ ਅਦਾਲਤਾਂ ਦੀ ਗੱਲ ਕਰੀਏ, ਸਾਡੇ ਧੀਆਂ ਪੁੱਤਰ ਉੱਥੇ ਵੀ ਲੱਗੇ ਹੋਏ, ਪੁਲਿਸ ਵਿੱਚ ਵੀ ਸਾਡੇ ਅਫਸਰ ਲੱਗੇ ਹੋਏ। ਕਿਹੜਾ ਮਹਿਕਮਾ, ਤੁਸੀਂ ਬੈਂਕ ਚਲੇ ਜਾਓ, ਤੁਸੀਂ ਇੰਸ਼ੋਰੈਂਸ ਕੰਪਨੀ ਚਲੇ ਜਾਓ, ਕਿਸੇ ਤੁਸੀਂ ਸਟੋਰ 'ਚ ਚਲੇ ਜਾਓ, ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਪੱਗ ਵਾਲੇ ਸਰਦਾਰ ਵੀ ਮਿਲਣਗੇ, ਚੁੰਨੀਆਂ ਵਾਲੀਆਂ ਕੁੜੀਆਂ ਸਰਦਾਰਨੀਆਂ ਵੀ ਮਿਲਣਗੀਆਂ। ਠੀਕ ਹੈ ਜੀ। ਉਹ ਤੁਹਾਡੇ ਨਾਲ ਪੰਜਾਬੀ 'ਚ ਗੱਲ ਵੀ ਕਰਨਗੇ, ਉਹਨਾਂ ਨੂੰ ਤੁਹਾਡੀ ਭਾਸ਼ਾ ਦੀ, ਬੋਲੀ ਦੀ ਸਮਝ ਹੈ, ਤੁਹਾਡੇ ਦਿਲ ਵਿੱਚ ਗੱਲ ਹੁੰਦੀ, ਉਹ ਝੱਟ ਬੁੱਝ ਜਾਂਦੇ। ਮਤਲਬ ਮੇਰਾ ਕਹਿਣ ਤੋਂ ਭਾਵ ਇਹ ਹੈ ਬਲ ਸਾਹਿਬ, ਕਿ ਜੇ ਅਸੀਂ ਉੱਥੇ ਸਰਕਾਰ ਬਣਾਉਣ ਦਾ ਹੱਕ ਹੈ ਸਾਨੂੰ, ਹੱਕ ਕੀ ਹੈ? ਵੋਟ ਪਾਉਣ ਦੇ ਹੱਕ ਹੈ ਨਾ। ਜੇ ਵੋਟਾਂ ਪ੍ਰੋਪਰ ਨਹੀਂ ਪੈਂਦੀਆਂ, ਅੱਜ ਤਾਂ ਤੁਸੀਂ ਦੇਖੋ ਨਾ, ਉੱਥੇ ਇਹ ਰੌਲਾ ਪਿਆ ਹੈ ਕਿ ਮਸ਼ੀਨ ਵਿੱਚ ਜਿਹੜਾ ਮਰਜ਼ੀ ਬਟਨ ਤੁਸੀਂ ਦੱਬ ਦਿਓ, EVM ਮਸ਼ੀਨ ਦਾ, ਨਿਕਲੋ ਕੋਈ ਹੋਰ ਵੋਟ ਇੱਕ ਪਾਸੇ ਜਾਣੀ ਹੈ, ਜਿੱਥੇ ਸਰਕਾਰ ਚਾਹੂਗੀ ਜਾਂ ਜਿੱਥੇ ਮਿਲੀ ਭੁਗਤ ਹੋਈ ਹੋਊ। ਕੋਈ ਜਿੱਥੇ ਜਾਊਗੀ ਨਾਲ ਤੇਰੇ ਵੀ ਟਿਕਟਾਂ 2 ਲੈ ਲਈ, ਭਾਵੇਂ ਦੋਵੇਂ ਦੀ ਦੂਜੇ ਪਾਸੇ ਤੁਰ ਪਈ। ਇਦਾਂ ਵੀ ਹੋ ਗਈ ਜੀ। ਇੱਕ ਹਲਕੇ ਦੇ ਵਿੱਚ, ਇੱਕ ਪਿੰਡ ਵਿੱਚ, ਇੱਕ ਬੂਥ ਤੇ ਸਿਰਫ 90 ਵੋਟਾਂ ਸੀਗੀਆਂ ਜੀ। ਅਸਾਮ 'ਚ ਜੀ, ਅਸਾਮ 'ਚ 179 ਨਿਕਲੀਆਂ। 179 ਕਿੱਦਾਂ ਨਿਕਲੀਆਂ? ਹੁਣ ਇਹ 'ਚ ਲੋਕਾਂ ਦਾ ਕੀ ਕਸੂਰ ਹੈ? ਨਹੀਂ, ਸਾਰਾ ਲੋਕਾਂ ਦਾ ਹੀ ਕਸੂਰ ਹੈ ਜੀ। ਵੇਖੋ, ਪਹਿਲੀ ਗੱਲ ਤੇ ਇਹ ਕਿ ਇਹਨਾਂ ਦੇਸ਼ਾਂ ਦੇ ਵਿੱਚ ਬੇਸਿਕ ਜਿਹੜੀ ਚੀਜ਼ ਆ ਪੜ੍ਹਾਈ। ਸਾਨੂੰ 3 ਚੀਜ਼ਾਂ ਨੇ ਸ਼ੁਰੂ ਤੋਂ ਹੀ ਮਾਰਿਆ ਕਿ ਅਸੀਂ ਜਦੋਂ ਆਜ਼ਾਦ ਹੋਏ, ਉਦੋਂ ਸਾਡਾ ਜਿਹੜਾ ਸਿਸਟਮ ਬਣਦਾ ਵਿਗੜਤ ਆ ਗਿਆ ਜੀ। ਸਾਡੇ 'ਚ ਪੜ੍ਹਾਈ ਸੀਗੀ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਚਲੋ ਗੱਲ ਲੰਮੀ ਹੋ ਜਾਣੀ, ਅਗਲੀ ਵਾਰ ਵੀ ਲੋਕਾਂ ਨਾਲ ਡਿਸਕਸ ਕਰਾਂਗੇ। ਉਦੋਂ 1849 ਤੱਕ ਪੰਜਾਬ ਦਾ ਜਿਹੜਾ ਸਾਖਰਤਾ, ਜਿਹਨੂੰ ਇਹ ਕਹਿੰਦੇ ਪੜ੍ਹਨ ਦਾ, ਉਹ 90% ਤੋਂ ਅਬਾਵ ਸੀਗਾ। ਅੰਕੜੇ ਜ਼ਿਆਦਾ ਸੀਗੇ, ਪੜ੍ਹੇ ਲਿਖੇ ਲੋਕਾਂ ਦੇ। ਹਰ ਬੰਦਾ ਕਾਇਦਾ ਪੜ੍ਹ ਲੈਂਦਾ ਸੀ, ਹਰ ਬੰਦਾ ਜਪਜੀ ਸਾਹਿਬ ਪੜ੍ਹ ਲੈਂਦਾ ਸੀ। ਜੇ ਨਹੀਂ ਸੀ ਪੜ੍ਹਦਾ ਤੂੰ ਸਿੱਖ ਲੈਂਦਾ ਸੀਗਾ, ਉਹਨਾਂ ਨੂੰ ਗੁਰਦੁਆਰੇ 'ਚ ਪੜ੍ਹਾਇਆ ਜਾਂਦਾ ਸੀ, ਕਿਉਂਕਿ ਬੇਸਿਕ ਸਿੱਖਿਆ ਹਰ ਬੰਦੇ ਕੋਲ ਸੀ, ਚਾਹੇ ਉਹ ਨਾ ਨਹੀਂ ਸੀ ਲਿਖ ਸਕਦਾ। ਹੁਣ ਅੱਜ ਨਹੀਂ ਹੈਗੀ। ਅੱਜ ਮੰਨ ਲਓ ਆਪਾਂ ਹੁਣ ਕਹਿੰਦੇ ਵੀ ਉਦੋਂ 98, ਤੁਸੀਂ ਦੱਸ ਦਿਓ 98% ਜਾਂ 90 ਕਿੰਨਾ ਦੱਸਿਆ, ਜੇ ਉਦੋਂ ਸਾਖਰਤਾ ਇੰਨੀ ਸੀਗੀ, ਲੋਕ ਇੰਨੇ ਪੜ੍ਹਦੇ ਸੀ, ਤੇ ਅੱਜ ਨਹੀਂ ਪੜ੍ਹਦੇ, ਉਹਦੀ ਜ਼ਿੰਮੇਵਾਰੀ, ਮੁੱਖ ਜ਼ਿੰਮੇਵਾਰੀ ਕਿਹਦੀ? ਮੈਂ ਤਾਂ ਸਰਕਾਰ ਦੀ ਮੰਨਦਾ। ਮੁੱਖ ਜ਼ਿੰਮੇਵਾਰੀ ਸਰਕਾਰ ਦੀ ਸੀ ਜੀ। ਪਹਿਲਾਂ ਜਿਨ੍ਹਾਂ ਨੇ, ਹੁਣ ਜਿਵੇਂ ਅਸੀਂ ਕਹਿੰਦੇ ਆ ਕਿ ਉਦੋਂ ਬਾਅਦ ਗੋਰਿਆਂ ਨੇ ਰਾਜ ਕੀਤਾ, ਗੋਰਿਆਂ ਨੇ ਸਭ ਤੋਂ ਵੱਡੀ ਇੱਕ ਚੀਜ਼ ਕੀਤੀ ਕਿ ਸਾਡੀ ਲੈਂਗੁਏਜ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਆਲ ਓਵਰ ਵਰਲਡ ਪਪੂਲਰ ਹੋ ਜੇ। ਉਹਨਾਂ ਨੇ ਆਪਣੀ ਭਾਸ਼ਾ ਵੜਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹ ਵੜਦੀ ਨਹੀਂ ਸੀ। ਨਹੀਂ, ਹੁਣ ਦੇਖੋ, ਆਪਾਂ ਗੱਲਾਂ ਇਹਦੇ ਨਾਲ ਜੁੜੀ ਜਾਣੀਆਂ। ਹੁਣ ਤੁਸੀਂ ਲਾਂਭਾ ਦਿੰਦੇ ਹੋ ਕਿ ਗੋਰਿਆਂ ਨੇ ਆਪਦੀ ਭਾਸ਼ਾ, ਜਿਹੜੀ ਇੰਟਰਨੈਸ਼ਨਲ ਫੇਮ ਵਾਲੀ ਭਾਸ਼ਾ, ਇੰਗਲਿਸ਼ ਜਿਹਨੂੰ ਆਪਾਂ ਕਹਿੰਦੇ ਹਾਂ, ਹੁਣ ਅਸੀਂ ਜਦੋਂ ਇੱਥੇ ਕੈਨੇਡਾ 'ਚ ਆਉਂਦੇ ਵੀ ਤਾਂ ਇੰਗਲਿਸ਼ ਦਾ ਟੈਸਟ ਦੇ ਕੇ ਆਉਣਾ, ਆਇਲਟਸ ਕੱਲ੍ਹ ਵਾਸਤੇ। ਉਹੀ ਤਾਂ ਗੱਲ ਕਹਿ ਰਹੇ ਨਾ ਕਿ ਕਿਉਂਕਿ
ਵੇਖੋ ਪਰ ਗੋਰਿਆਂ ਨੇ ਦੇਖੋ ਇੱਕ ਦੋ ਗੱਲਾਂ ਬੜੀਆਂ ਇੰਪੋਰਟੈਂਟ ਕੀਤੀਆਂ। ਇੱਕ ਉਹਨਾਂ ਨੇ ਚੰਗੇ ਸਕੂਲ ਕਾਲਜ ਖੋਲ੍ਹੇ, ਇੱਕ ਚੰਗੇ ਹਸਪਤਾਲ ਖੋਲ੍ਹੇ। ਅੱਜ ਵੀ ਤੁਸੀਂ ਦੇਖੋ ਤੁਹਾਨੂੰ ਜੇ ਉੱਥੇ ਕੋਈ ਪੰਜਾਬ ਦੇ ਵਿੱਚ ਕਹਿ ਲਓ ਜਾਂ ਇੰਡੀਆ 'ਚ ਇੱਕ ਬਹੁਤ ਵਧੀਆ ਹਸਪੀਟਲ ਮਿਲੇਗਾ ਨਾ ਜੀ। ਰੇਲਵੇ ਲਾਈਨ ਗੋਰਿਆਂ ਨੇ ਜਿਹੜੀ ਪੋਜ਼ਿਟਿਵ ਚੀਜ਼ਾਂ ਜਿਹੜੀਆਂ ਬਣਾਈਆਂ ਅੱਜ ਤੱਕ ਉਹਨੂੰ ਚੇਂਜ ਨਹੀਂ ਕਰ ਸਕਦੇ। ਉਹ ਇੰਡੀਆ ਵਾਸਤੇ ਪੋਜ਼ਿਟਿਵ ਨਹੀਂ ਸੀ, ਲੇਕਿਨ ਹੋ ਗਈਆਂ ਬਾਅਦ ਚ ਆ ਕੇ ਜਦੋਂ ਇੰਡੀਆ ਆਜ਼ਾਦ ਹੋ, ਕਿਉਂਕਿ ਉਹਨਾਂ ਰੇਲਵੇ ਲਾਈਨ ਬਣਾਈ, ਕਿਉਂਕਿ ਉਹਨਾਂ ਦਾ ਜਿਹੜਾ ਵਪਾਰ ਸੀਗਾ ਉਹ ਉਸ ਪਾਸੇ ਤੋਂ ਲੈ ਕੇ ਕਲਕੱਤਾ ਤੋਂ ਲੈ ਕੇ ਨਾਰਥ ਇੰਡੀਆ ਤੱਕ ਦੇਸ਼ ਤੱਕ ਪਹੁੰਚਣਾ ਸੀ। ਫਿਰ ਉਹਨਾਂ ਬੇਸਿਕ ਜਿਹੜੇ ਉਹਨਾਂ ਦੇ ਆਫੀਸਰ ਉਧਰ ਪੱਕੇ ਸੈੱਟ ਹੋ ਗਏ, ਉਹਨਾਂ ਲਈ ਕਾਲਜ ਬਣਾਏ, ਉਹਨਾਂ ਲਈ ਸਕੂਲ ਬਣਾਏ। ਕਿਉਂਕਿ ਜੇ ਕੁਝ ਲੋਕੀ ਟੀਵੀ ਨੂੰ ਵੇਖਦੇ ਹੋਣਗੇ, ਪੁਰਾਣੇ ਸੀਰੀਅਲ ਆਉਂਦੇ ਨੇ ਉਹਨਾਂ ਵਿੱਚ ਵੇਖਿਆ ਕਰੋ, ਉਹਨਾਂ ਵਿੱਚ ਸਿਰਫ ਉਹੀ ਬੱਚੇ ਪੜ੍ਹਦੇ ਸੀ ਜਿਹੜੇ ਉਸ ਟਾਈਮ ਦੇ ਵਾਇਸਰਾਏ ਵਗੈਰਾ ਜਾਂ ਉਹਨਾਂ ਦੇ ਨੌਕਰ ਸੀਗੇ, ਜਾਂ ਜਿਹੜੇ ਲੋਕੀ ਗੋਰਿਆਂ ਨਾਲ ਅਟੈਚ ਸੀਗੇ, ਜਾਂ ਜਿਹੜੇ ਉਹਨਾਂ ਦਿਨਾਂ 'ਚ ਸ਼ਾਹ ਅਮੀਰ ਸੀ, ਉਹਨਾਂ ਦੇ ਬੱਚੇ ਉੱਥੇ ਪੜ੍ਹਦੇ ਸੀ। ਨਹੀਂ, ਮੈਂ ਉਹ ਤੁਹਾਡੀ ਗੱਲ ਇਹ 100% ਠੀਕ ਹੈ। ਹਾਂ, ਲੇਕਿਨ ਉਹੀ ਨਾ ਕੁੱਬੇ ਨੂੰ ਲੱਤ ਵੱਜੀ ਤੇ ਉਹ ਕਾਰੀ ਆ ਗਈ। ਮੇਰਾ ਸਵਾਲ ਇਹ ਹੈ ਕਿ ਜਦੋਂ ਸਾਨੂੰ ਇਹ ਸਮਝ ਆ ਗਈ ਕਿ ਗੋਰਿਆਂ ਨੇ ਆਪਦਾ ਰਾਜ ਕਾਇਮ ਕਰਨ ਦੇ ਲਈ, ਆਪਦਾ ਉੱਥੇ ਜੋ ਵੀ ਉਹਨਾਂ ਦਾ ਕਾਰੋਬਾਰ ਸੈੱਟ ਕਰਨ ਦੇ ਲਈ ਇਹ ਹੱਥ ਕੰਡੇ ਅਪਣਾਏ। ਹੱਥ ਕੰਡੇ ਨਹੀਂ ਹੈ, ਚਲੋ ਉਹਨਾਂ ਨੇ ਆਪਦੀ ਫੇਵਰ ਕੀਤੀ, ਉਹਨਾਂ ਨੇ ਆਪਦੇ ਬੱਚੇ ਪੜ੍ਹਾਉਣੇ ਸੀ, ਉਹ ਆਪਦੇ ਬੱਚਿਆਂ ਦੀ ਮੈਡੀਕਲ ਸਹੂਲਤਾਂ ਉਹਨਾਂ ਨੂੰ ਚਾਹੀਦੀਆਂ ਸੀ ਉਹਨਾਂ ਵਾਸਤੇ। ਪਰ ਜਦੋਂ ਸਾਨੂੰ ਸਮਝ ਆ ਗਈ ਅਸੀਂ ਕੀ ਕੀਤਾ? ਸਾਨੂੰ ਜਦੋਂ ਸਮਝ ਆਈ ਜੀ ਅਸੀਂ ਜਦੋਂ ਇਹਨਾਂ ਦੇਸ਼ਾਂ 'ਚ ਆਏ ਹਾਂ, ਅਸੀਂ ਸੇਮ ਚੀਜ਼ ਨਹੀਂ ਜੀ, ਉੱਥੇ ਦੀ ਗੱਲ ਉੱਥੇ ਅਸੀਂ ਇਹ ਕੀਤਾ ਜੀ, ਜਿਹੜਾ ਥੋੜਾ ਬਹੁਤਾ ਪੜ੍ਹ ਗਿਆ, ਜੋ ਕਰ ਗਿਆ, ਉਹ ਆਪਣੇ ਤੇ ਰਹਿ ਗਿਆ। ਮੇਰਾ ਘਰ ਤੇ ਮੈਂ, ਸਾਡੀ ਕੌਮ ਦੁਨੀਆ 'ਚ ਸਭ ਤੋਂ ਵੱਡੀ ਜੈਨਰਸ ਕੌਮ ਆ। ਜੈਨਰਸ ਜਿਹਨੂੰ ਕਹਿੰਦੇ ਦਿਆਲੂ ਕੌਮ ਆ। ਅਸੀਂ ਲੰਗਰ ਲਾਉਂਦੇ ਹਾਂ, ਅਸੀਂ ਦੁਨੀਆ ਦੇ ਵਿੱਚ ਸਭ ਤੋਂ ਵੱਧ ਪੈਸਾ ਵੰਡਦੇ ਹਾਂ। ਮੈਂ ਇਹ ਨਹੀਂ ਕਹਿ ਸਕਦਾ ਵੀ ਅਸੀਂ ਲੋਕਾਂ ਨੂੰ ਭੀਖ ਦਿੰਦੇ ਹਾਂ। ਆਪਾਂ ਇਹ ਕਰਦੇ ਜੀ, ਆਪਾਂ ਲੰਗਰ ਲਾ ਦਿੰਦੇ ਹਾਂ, ਆਪਾਂ ਦਵਾਈਆਂ, ਆਪਾਂ ਹੋਰ ਚੀਜ਼, ਸਾਡੀਆਂ ਸਿੱਖ ਸੰਸਥਾਵਾਂ ਦੁਨੀਆ ਵਿੱਚ ਮਹਾਨ ਨੇ ਸਭ ਤੋਂ ਸੇਵਾ 'ਚ। ਬਿਲਕੁਲ, ਸੇਵਾ ਸਿੱਖੀ ਦਾ ਪਹਿਲਾ ਸਿਧਾਂਤ ਅਸੂਲ ਹੈ, ਸਿਧਾਂਤ ਆ। ਤੇ ਉਹਦੇ ਕਰਕੇ ਅਸੀਂ ਜੇ ਇੰਨਾ ਕੁਝ ਕਰ ਸਕਦੇ ਹਾਂ, ਲੇਕਿਨ ਸਾਡੀ SGPC, ਮੈਂ ਹੁਣ ਸ਼ਰੇਆਮ ਤੁਹਾਡੇ ਚੈਨਲ ਤੇ, ਸ਼੍ਰੋਮਣੀ ਕਮੇਟੀ, ਅੱਜ ਤੱਕ ਉਹਨਾਂ ਨੇ ਕੀ ਕੀਤਾ ਜੀ, ਇੱਕ ਗੁਰੂ ਰਾਮਦਾਸ ਇੰਸਟੀਚਿਊਟ ਖੋਲ੍ਹ ਦਿੱਤਾ। ਉਹਦੇ ਵਿੱਚ ਉਹ ਇੱਕ ਸਾਈਕਲ ਸਟੈਂਡ ਫ੍ਰੀ ਨਹੀਂ ਕਰ ਸਕੇ, ਪਰ ਬਾਕੀ ਪਰਚੀਆਂ ਤੇ ਦਵਾਈ ਤੋਂ ਦੂਰ ਦੀ ਗੱਲ ਹੈ। ਫਿਰ ਇਹ ਤੁਸੀਂ ਸੋਚੋ ਵੀ ਆਪਾਂ ਸਿਰਫ ਵਿਖਾਵੇ ਲਈ ਸਭ ਕੁਝ ਕਰਦੇ ਹਾਂ, ਨਾ ਆਪਾਂ ਪੰਜਾਬ ਲਈ ਕਰਦੇ ਹਾਂ, ਨਾ ਆਪਾਂ ਸਿੱਖੀ ਲਈ ਕਰਦੇ। ਸਾਡੇ ਉੱਥੇ ਚਾਹੀਦੇ ਨਹੀਂ ਸੀ ਕਿ ਜਿਹੜਾ ਬੱਚਾ ਅੰਮ੍ਰਿਤਧਾਰੀ ਹੋਵੇ ਜੀ ਉਹਦੀ 12ਵੀਂ ਤੱਕ ਪੜ੍ਹਾਈ ਫ੍ਰੀ। ਜਿਹੜਾ ਬੱਚਾ ਅੰਮ੍ਰਿਤਧਾਰੀ ਆ, ਜਾਂ ਜਿੰਨੇ ਵੀ ਬੱਚੇ, ਜਿਹੜਾ ਨਹੀਂ ਇਹ ਥੋੜਾ ਕਿ ਜਿਹੜਾ 95% ਹੈ ਉਹਨੂੰ ਤੁਸੀਂ ਸਕਾਲਰਸ਼ਿਪ ਦੇ ਦਿਓ, ਤੇ ਜਿਹੜੇ ਥੱਲੇ ਪੜ੍ਹਾਉਣ ਦੀ ਲੋੜ ਤੇ ਥੱਲੇ ਵਾਲਿਆਂ ਨੂੰ। ਮੈਂ ਉੱਥੇ ਵੀ ਉਹਨਾਂ ਸੰਸਥਾਵਾਂ ਵਿੱਚ ਵੀ ਸ਼ਾਹੂਕਾਰਾਂ ਦੇ, ਅਮੀਰਾਂ ਦੇ ਬੱਚੇ ਹੀ ਜਿਹੜੇ ਜਾਂਦੇ ਆ ਇਲਾਜ ਕਰਨ ਲਈ, ਵੀ ਉਹਨਾਂ ਦੇ ਜਾਂਦੇ। ਹੁਣ ਆਪਾਂ ਗੱਲ ਥੋੜੀ ਜਿਹੀ ਇੱਧਰ ਕਰ ਲਈਏ। ਆਪਾਂ ਕਹਿੰਦੇ ਜੀ ਸਾਰਾ ਜਿਹੜਾ ਪੰਜਾਬੀ ਆ, ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਆ ਕੇ ਇੱਕ ਨਵੇਂ ਪੰਜਾਬ ਸਥਾਪਿਤ ਕਰ ਦਿੱਤੇ। ਬਿਲਕੁਲ ਜੀ, ਮਤਲਬ ਇਹ ਕੀ ਨਵੇਂ ਪੰਜਾਬ ਸਥਾਪਿਤ ਕਰਨ ਦਾ ਮਤਲਬ ਇਹ ਹੈ ਕਿ ਉਹਨਾਂ ਦੀ ਇੱਥੇ ਬਹੁਤ ਗਿਣਤੀ ਹੋ ਗਈ ਕਿ ਉਹਨਾਂ ਨੇ ਕੋਈ ਵੱਖਰਾ ਕੰਮ ਵੀ ਕੀਤਾ? ਉਹਨਾਂ ਨੇ ਵੱਖਰਾ ਕੁਝ ਨਹੀਂ ਕੀਤਾ ਜੀ। ਮਤਲਬ ਆ ਗਏ ਆ ਤਾਂ ਉਹੀ ਆ, ਸੁਭਾਅ ਉਹੀ ਨੇ। ਸਮਾਂ ਬੜਾ ਲੱਗ ਜਾਏਗਾ, ਨਹੀਂ ਤੇ ਅੱਜ ਵੀ ਦੱਸ ਦਈਏ ਕਿ ਆਪਾਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਤੋਂ ਵੀ ਝਿਜਕ ਜਾਂਦੇ, ਅੱਖ ਪਰੇ ਕਰ ਲੈਂਦੇ। ਸਾਨੂੰ ਗੋਰਿਆਂ ਤੋਂ ਆ ਕੇ ਅਸੀਂ ਸਿੱਖਣਾ ਸੀ ਤਾਂ ਸਿੱਖ ਲੈਂਦੇ ਕੁਝ ਚੰਗਾ ਪੱਛਮੀ ਦੇਸ਼ਾਂ ਤੋਂ, ਬਸ ਆਪਾਂ ਤੇ ਸਭ ਸਿੱਖਣਾ ਸੀ ਇੱਕ ਗੰਦਾ ਪੱਛਮੀ ਦੇਸ਼ਾਂ ਤੋਂ। ਅਸੀਂ ਕਹਿੰਦੇ ਨਾ ਕਿ ਸਿਗਰਟਾਂ ਅਤੇ ਸ਼ਰਾਬ ਦਾ ਕੋਈ ਸ਼ੌਂਕ ਨਹੀਂ ਸੀ ਪੰਜਾਬੀਆਂ ਵਿੱਚ, ਨਾ ਮਲਵਈਆਂ ਵਿੱਚ, ਨਾ ਮਝੈਲਾਂ ਵਿੱਚ, ਤੇ ਨਾ ਸੀ ਇਹ ਦੁਆਬੀਆਂ ਵਿੱਚ। ਇਹ ਮੇਰੀ ਕਵਿਤਾ ਹੈ, ਬੜੀ ਲੰਮੀ ਹੈ, ਕਿਤੇ ਤੁਹਾਨੂੰ ਲਿਆ ਕੇ ਸੁਣਾਵਾਂਗੇ। ਇਹਦੇ 'ਚ ਸਾਰਾ ਕੁਝ ਦੱਸਿਆ ਜੀ ਵੀ ਆਪਾਂ ਤਾਂ ਸਿੱਖਿਆ ਕੱਖ ਨਹੀਂ। ਆਪਾਂ ਤਾਂ ਇੱਥੇ ਆ ਕੇ ਉਹੀ ਆਕੜ ਰੱਖੀ ਹੈ ਜੀ, ਫਲਾਣਾ ਕੀ ਕਰਦਾ ਜੀ, ਸਿਕਿਉਰਿਟੀ ਗਾਰਡ ਆ, ਫਲਾਣਾ ਕੀ ਕਰਦਾ ਜੀ, ਟੈਕਸੀ ਚਲਾਉਂਦਾ, ਫਲਾਣਾ ਕੀ ਕਰਦਾ ਜੀ, ਆਹ ਕੰਮ ਕਰਦਾ। ਅਸੀਂ ਉਹਨਾਂ ਨੂੰ ਛੋਟੇ ਗਿਣਦੇ ਆ। ਕਿਸੇ ਦੇ ਕੱਪੜੇ ਪੰਜਾਬੀ ਦੇ ਮਾੜੇ ਪਾਏ ਹੋਣ, ਅਸੀਂ ਉਹਦੇ ਤੇ ਕੀੜੇ ਕੱਢਣੇ ਸ਼ੁਰੂ ਕਰਦੇ। ਹਾਂ ਠੀਕ ਹੈ, ਉਹਦੇ ਨਾਲ ਪਰਸਨਲੀ ਗੱਲ ਕਰੋ। ਪਰਸਨਲੀ ਗੱਲ ਤਾਂ ਆਪਾਂ ਕਰਨੀ ਨਹੀਂ। ਉੱਥੇ ਸਾਡੇ ਕੋਲ 4 ਭਰਾ ਕਲੀਨਿਕ ਕਰਦੇ ਹੁਣ, ਸਾਡੇ ਪਹਿਲੇ ਮਨ 'ਚ ਇੱਕੋ ਖਿਆਲ ਆਉਂਦਾ ਵੀ ਇਹਨਾਂ ਸਾਡੇ ਕਿਹੜੇ ਕੰਮ ਆਉਣਾ। ਅਸੀਂ ਤੇ ਹਰ ਜਗ੍ਹਾ ਤੇ ਸੈਲਫਿਸ਼ ਆ ਜੀ। ਕੰਮ 'ਚ ਕੋਈ ਛੋਟਾ ਨਹੀਂ, ਕੋਈ ਵੱਡਾ ਕੰਮ ਨਹੀਂ ਹੈਗਾ। ਜਦੋਂ ਤੁਸੀਂ ਮਿਹਨਤ ਕਰਦੇ ਆ, ਬਿਲਕੁਲ। ਹੁਣ ਤੁਸੀਂ ਆਪਣੀ ਗੱਲ ਕੀਤੀ ਸੀ, ਭਈਆ ਲਫ਼ਜ਼ ਯੂਜ਼ ਕੀਤਾ ਤੁਸੀਂ ਇੱਥੇ ਇੱਕ। ਭਈਆ ਅਸੀਂ ਯੂਪੀ ਬਿਹਾਰ ਦੇ ਮਜ਼ਦੂਰਾਂ ਨੂੰ ਕਹਿੰਦੇ, ਜਿਵੇਂ ਅਸੀਂ ਇੱਥੇ ਆ ਜੀ। ਜੇ ਭਈਆ ਦਾ ਅਸਲ 'ਚ ਵੈਸੇ ਭਰਾ ਹੀ ਹੁੰਦਾ, ਹਿੰਦੀ ਦਾ ਲਫ਼ਜ਼ ਹੈ, ਭਈਆ ਕਹਿੰਦੇ ਨੇ, ਭਈਆ ਭਰਾ ਨੂੰ ਕਹਿੰਦੇ। ਚਲੋ ਅਸੀਂ ਭਰਾ ਨੂੰ ਕਹਿੰਦੇ, ਪਰ ਅਸੀਂ ਇਹ ਲਫ਼ਜ਼ ਨਫ਼ਰਤ ਨਾਲ ਯੂਜ਼ ਕਰਦੇ। ਲੇਕਿਨ ਕਾਰਨ ਇਹ ਸੀ ਨਾ ਜੀ, ਦੇਖੋ ਉੱਥੇ ਅਸੀਂ ਉਹਨਾਂ ਨੂੰ ਭਈਏ ਕਹਿੰਦੇ ਆ ਤੇ ਉਹਨਾਂ ਨੂੰ ਦੁੱਖ ਹੁੰਦਾ ਦਿਲ ਨੂੰ, ਉਹਨਾਂ ਨੂੰ ਵੀ ਹੁੰਦਾ। ਉਹਨਾਂ ਨੂੰ ਪਤਾ ਵੀ ਸੀ ਕਿਉਂ ਇੱਥੇ ਸਾਨੂੰ ਅਗਲੇ ਕਹਿੰਦੇ ਹਾਂ ਗੋ ਬੈਕ ਟੂ ਯੂਅਰ ਕੰਟਰੀ, ਜੇ ਤੇਰੇ ਜੇ ਨਹੀਂ ਆਉਣ ਗਿਆ, ਨਫ਼ਰਤ ਨਾਲ ਕਹਿੰਦੇ ਆ। ਇੱਥੇ ਤੁਹਾਨੂੰ ਉਹ ਬੰਦਾ ਜਿਹੜਾ ਭੀਖ ਮੰਗ ਰਿਹਾ ਹੁੰਦਾ,
ਇੱਥੇ ਨੇਟਿਵ ਲੋਕਲ ਬੰਦਾ ਹਾਂਜੀ ਜਾਂ ਕੋਈ ਗੋਰਾ, ਉਹ ਨਿਕੰਮਾ ਹੋਊ ਦੁਨੀਆ ਤੋਂ, ਲੇਕਿਨ ਉਹਦਾ ਪਹਿਲਾ ਡਾਇਲੌਗ ਹੋਊ ਉਹ ਬਰਾਉਨੀ ਗੋ ਬੈਕ ਟੂ ਯੂਰ ਕੰਟਰੀ। ਪਾਕੀ ਬਹੁਤੇ ਤੇ ਮੇਰੇ ਵਰਗੇ ਜਿਹੜੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇੰਡੀਅਨ ਆ ਕਿ ਪਾਕਿਸਤਾਨੀ ਆ ਜਾਂ ਕੀ, ਪਾਕੀ ਗੋ ਬੈਕ ਟੂ ਯੂਰ ਕੰਟਰੀ। ਮਤਲਬ ਕਿ ਇਹ ਚੀਜ਼ ਅਸੀਂ ਕਿਉਂ ਇੱਥੇ ਸਹਿ ਰਹੇ ਹਾਂ? ਨਹੀਂ, ਅਸੀਂ ਤੁਹਾਨੂੰ ਲੱਗਦਾ ਕਿ ਅਸੀਂ ਜੋ ਜਿਹੜਾ ਸਾਡਾ ਉੱਥੇ ਮਾਣ ਤਾਣ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਜ਼ਮੀਨਾਂ ਜਾਇਦਾਦਾਂ ਵਾਲੇ ਹੈਗੇ ਹਾਂ, ਅਸੀਂ ਮਿਹਨਤੀ ਕਿਰਤੀ ਲੋਕ ਹਾਂ, ਸਾਡਾ ਧਰਮ ਬਹੁਤ ਉੱਚਾ ਹੈ, ਇਹ ਅਸੀਂ ਗੱਲ ਇੱਥੇ ਐਸਟੈਬਲਿਸ਼ ਨਹੀਂ ਕਰ ਸਕੇ? ਇਹ ਇੱਥੇ ਐਸਟੈਬਲਿਸ਼ ਕੀ ਕਰਨਾ ਜੀ? ਇੱਥੇ ਤਾਂ ਆਪਾਂ ਗੁਰਦੁਆਰੇ ਨੂੰ ਆਪਣਾ ਸਿੱਖ ਟੈਂਪਲ ਬਣਾ ਲਿਆ, ਲੰਗਰ ਨੂੰ ਫ੍ਰੀ ਫੂਡ ਬਣਾਤਾ, ਆਪਣੀ ਰਸੋਈ ਘਰ ਨੂੰ ਫ੍ਰੀ ਕਿਚਨ ਬਣਾਤੀ, ਜਿਹੜਾ ਲੰਗਰ ਹਾਲ ਸੀ ਉਹਨੂੰ ਫ੍ਰੀ ਕਿਚਨ ਬਣਾਤਾ, ਅਸੀਂ ਸਿੱਖ ਡੇ ਪਰੇਡ ਬਣਾਤੀ, ਅਸੀਂ ਆਪਣਾ ਅੱਜ ਤੁਸੀਂ ਇਹ ਦੱਸੋ ਵੀ ਗੋਰੇ ਕਿਉਂ ਨਹੀਂ ਕਹਿੰਦੇ ਕ੍ਰਿਸਮਸ ਨੂੰ? ਉਹ ਵੀ ਤੁਹਾਨੂੰ ਕਹਿ ਦੇਣ ਵੀ ਅੱਜ ਈਸਾਈਆਂ ਦਾ ਦਿਨ ਹੈ। ਈਦ ਦੀ ਕਦੀ ਤੁਸੀਂ ਅੰਗਰੇਜ਼ੀ ਸੁਣੀ ਹੈ? ਕੋਈ ਈਦ ਦਾ ਲਫ਼ਜ਼ ਦੂਸਰਾ ਹੈ ਨਹੀਂ। ਬਕਰੀਦ ਦੀ ਸੁਣ ਲਓ। ਤੇ ਫਿਰ ਆਪਾਂ ਕਿੱਥੋਂ ਤਰੱਕੀ ਕਰਨੀ ਜੇ ਆਪਾਂ ਤੇ ਲੋਕਾਂ ਦੇ ਪਿੱਛੇ ਲੱਗਣਾ ਆ। ਮੈਨੂੰ ਕਿਸੇ ਬੰਦੇ ਨੇ ਕਿਹਾ, ਕਹਿੰਦਾ ਕਿ ਇਹ ਗੱਲ ਤੁਹਾਡੀ ਬੜੀ ਮੈਨੂੰ ਚੰਗੀ ਲੱਗੀ ਆ ਔਰ ਬੜੀ ਵਧੀਆ ਗੱਲ ਹੈ ਔਰ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਹੈ ਕਿ ਜੇ ਈਦ ਦਾ ਕੋਈ ਹੋਰ ਲਫ਼ਜ਼ ਨਹੀਂ ਹੈ, ਅੰਗਰੇਜ਼ੀ ਵਿੱਚ ਟ੍ਰਾਂਸਲੇਸ਼ਨ ਨਹੀਂ ਹੈ, ਕ੍ਰਿਸਮਸ ਦਾ ਤੁਸੀਂ ਕਹਿ ਕੇ ਦੇਖੋ, ਕ੍ਰਿਸਮਸ ਦਾ ਨਹੀਂ ਹੈਗਾ ਕੋਈ, ਤੇ ਨਗਰ ਕੀਰਤਨ ਦਾ ਸਿੱਖ ਪਰੇਡ ਕਿਉਂ, ਜਾਂ ਲੰਗਰ ਦਾ ਫ੍ਰੀ ਫੂਡ ਕਿਉਂ, ਜਾਂ ਫ੍ਰੀ ਕਿਚਨ ਕਿਉਂ? ਫਿਰ ਤੁਹਾਡੀ ਉਹ ਵੇਖੋ, ਇਹਦਾ ਮਤਲਬ ਅਸੀਂ ਆਪਦੀ ਗੱਲ ਨੂੰ ਸਮਝਾਉਣ ਦੇ ਲਈ ਇਸ ਤਰੀਕੇ ਨਾਲ ਵੇਖੋ ਜੀ, ਸਾਡੀ ਕੌਮ ਨੂੰ ਤੇ ਇਹ ਨਹੀਂ ਪਤਾ ਪਰੇਡ ਹੁੰਦੀ ਕੀ ਆ। ਪਰੇਡ ਆਰਮੀ ਦੀ ਹੁੰਦੀ ਜਿਹਦੇ ਚ ਇੱਕ ਯੂਨੀਫਾਰਮ ਪਾਈ ਜਾਂਦੀ ਆ, ਲੇਕਿਨ ਤੁਹਾਨੂੰ ਕੋਈ ਗਾਈਡ ਕਰਦਾ, ਤੁਸੀਂ ਉਹਦੇ ਅਕੋਰਡਿੰਗਲੀ ਚੱਲਣਾ, ਉਹਦੇ ਪਿੱਛੇ ਜਾਣਾ। ਜਦ ਕਿ ਨਗਰ ਕੀਰਤਨ ਚ ਤੁਹਾਨੂੰ ਕੋਈ ਗਾਈਡੈਂਸ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ, ਤੁਸੀਂ ਸਿਰਫ ਆਪਣੇ ਗੁਰੂ ਦੇ ਪਿੱਛੇ ਚੱਲਣਾ ਹੁੰਦਾ, ਇੱਕ ਦੇ। ਬਿਲਕੁਲ, ਹਾਂਜੀ। ਤੁਹਾਡੇ ਤੇ ਕੋਈ ਐਡਮਿਨਿਸਟ੍ਰੇਸ਼ਨ ਨਹੀਂ ਕਿ ਤੁਹਾਡਾ ਗੁਰੂ ਆ। ਅਸੀਂ ਉੱਥੇ ਵੀ ਗਲਤ ਡਿਸਪਲਿਨ, ਅਸੀਂ ਉੱਥੇ ਵੀ ਡਿਸਪਲਿਨ ਰੱਖ ਸਕਦੇ ਹਾਂ। ਪਰੇਡ ਫ੍ਰੀ ਕਿਚਨ ਦਾ ਮਤਲਬ ਹੁੰਦਾ ਕਿਚਨ ਦਾ, ਜੇ ਅਸੀਂ ਪੰਜਾਬੀ ਰਸੋਈ, ਹਾਂਜੀ ਫ੍ਰੀ ਖਾਣਾ ਖਾਣ ਵਾਲੀ ਰਸੋਈ, ਉਹ ਲੰਗਰ ਆ, ਉਹ ਫ੍ਰੀ ਕਿਚਨ ਨਹੀਂ ਗੀ ਸਾਡੀ, ਲੰਗਰ ਆ ਸਾਡਾ, ਉਹ ਫ੍ਰੀ ਫੂਡ ਨਹੀਂਗਾ। ਫ੍ਰੀ ਫੂਡ ਦਾ ਮਤਲਬ ਹੁੰਦਾ ਵੀ ਜਿੱਥੋਂ ਮਰਜ਼ੀ ਫ੍ਰੀ ਫੂਡ ਦਾ, ਲੰਗਰ ਦੀ ਭਾਵਨਾ ਉਹਦੇ ਚ ਖਤਮ ਹੋ ਜਾਂਦੀ ਜਦੋਂ ਅਸੀਂ ਇਦਾਂ ਦੀਆਂ ਗੱਲਾਂ ਕਰਦੇ। ਉਹ ਤੇ ਉਦੋਂ ਹੀ ਖਤਮ ਹੋ ਗਈ ਜੀ ਜਦੋਂ ਆਪਾਂ ਗੁਰਦੁਆਰਿਆਂ 'ਚ ਲੜ ਕੇ ਲਾਹ ਲੀਆਂ ਪੱਗਾਂ ਸੀ, ਜਦੋਂ ਆਪਾਂ ਇੱਕ ਦੂਜੇ ਨਾਲ ਗਾਲਾਂ ਕੱਢ ਕੇ ਲਾਈਆਂ ਅੱਗਾਂ ਸੀ, ਉਦੋਂ ਗੁਰੂ ਸਾਡਾ ਕੀ ਕਹਿੰਦਾ ਹੋਵੇਗਾ? ਦੱਸੋ ਇਹ ਤੁਹਾਡੀ ਸਿੱਖੀ ਕਿਵੇਂ ਸਹਿੰਦਾ, ਸਿੱਖੋ ਤੁਹਾਡੀ ਸਿੱਖੀ ਕਿਵੇਂ ਸਹਿੰਦਾ ਹੋਵੇਗਾ? ਬਿਲਕੁਲ, ਤੁਹਾਡੀਆਂ ਗੱਲਾਂ ਬਹੁਤ ਚਿੰਤਾ ਵਾਲੀਆਂ। ਲਿਖਿਆ ਤਾਂ ਬੜਾ ਕੁਝ, ਪਰ ਮੇਰਾ ਗਰੁੱਪ ਨਿਕਲਣਾ ਸ਼ੁਰੂ ਹੋ ਜੂ, ਫਿਰ ਮੇਰਾ ਸਾਰਾ ਕੰਮ ਖਰਾਬ ਹੋ ਜੂ। ਚਲੋ, ਇਹ ਜਿਹੜੀ ਹੁਣ ਆਪਾਂ ਗੱਲ ਕਰਦੇ ਜੀ ਵੀ ਪੰਜਾਬ ਦੀਆਂ ਜਿਹੜੀ ਹੋਣੀ ਬਾਰੇ ਤੁਸੀਂ ਦੱਸਿਆ ਕਿ ਅੱਜ ਤੋਂ ਬੜੇ ਸਾਲ ਪਹਿਲਾਂ ਇਹ ਹਾਲਾਤ ਬਦਲਦੇ ਪਏ ਸੀਗੇ, ਤੁਸੀਂ ਉਦੋਂ ਚਿੰਤਾ ਜ਼ਾਹਰ ਕੀਤੀ, ਅੱਜ ਹੋਰ ਬਦਲ ਗਏ, ਹੋਰ ਵਰਸਟ ਮਾੜੇ ਹੋ ਗਏ। ਨਾਲੇ ਸਾਡੀ ਸਿੱਖ ਕੌਮ ਨੂੰ ਤੇ ਇੱਕ ਗੱਲ ਦੀ ਸਿੱਖਿਆ ਲੈਣੀ ਚਾਹੀਦੀ ਵੀ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀਤਾ ਨੂੰ ਕਿਹਾ ਸੀਗਾ ਵੀ ਹੋਣੀ ਵਰਤਦੀ ਪੀਰਾਂ ਪੈਗੰਬਰਾਂ ਤੇ, ਸਕੀ ਬਣੀ ਨਾ ਰਾਮ ਅਵਤਾਰ ਦੀ ਆ, ਨਹੀਂ ਐਸਾ ਕਹਿ ਰਹੂ ਜਦੋਂ ਹਿੰਦ ਉੱਤੇ, ਕਦੀ ਵੀ ਜਦੋਂ ਕਹਿ ਰਹੂ ਕੋਈ ਹਿੰਦ ਉੱਤੇ, ਰੱਤ ਡੁੱਲਣੀ ਤੇਰੇ ਪਰਿਵਾਰ ਦੀ ਆ। ਕਿਆ ਬਾਤ। ਤੇ ਅਸੀਂ ਜੇ ਉਹਦਾ ਪਰਿਵਾਰ ਆ, ਜੇ ਅਸੀਂ ਗੁਰੂ ਦੇ ਸਿੱਖ ਆ, ਚਲੋ ਮੈਨੂੰ ਤਾਂ ਗਿਣਿਓ ਨਾ ਵੈਸੇ ਦਰਸ਼ਕੋ, ਮੈਂ ਕਿਸੇ ਕੈਟਾਗਰੀ ਚ ਨਹੀਂ। ਸਿੱਖ ਦਾ ਮਤਲਬ ਤਾਂ ਦੇਖੋ ਜੀ, ਸਿੱਖਿਆਰਥੀ ਆ, ਵਿਦਿਆਰਥੀ ਆ, ਕਿਉਂਕਿ ਸਿੰਘ ਨਹੀਂਗਾ ਮੈਂ ਸਿੰਘ ਤੁਸੀਂ ਕਹਿ ਸਕਦੇ, ਕਿਉਂਕਿ ਅਸੀਂ ਸਾਰੀ ਜ਼ਿੰਦਗੀ ਚ ਕੋਈ ਆਪਸ ਚ ਫਰਕ ਨਹੀਂ ਕਰ ਸਕੇ ਕਿ ਸਿੰਘ ਕੌਣ ਆ ਤੇ ਸਿੱਖ ਕੌਣ। ਨਹੀਂ, ਸਿੰਘ ਚਲੋ ਹੋ ਸਕਦਾ ਜਿਹੜਾ ਗੁਰੂ ਸਾਹਿਬ ਤੋਂ ਅੰਮ੍ਰਿਤ ਛਕਿਆ ਜਿਹਨੇ, ਉਹਨਾਂ ਦੀ ਰਹਿਤ ਮਰਿਆਦਾ ਦੇ ਮੁਤਾਬਕ ਰਹਿੰਦਾ, ਉੱਠਦਾ ਬਹਿੰਦਾ, ਕੰਮ ਕਰਦਾ, ਉਹ ਸਿੰਘ ਹੈ। ਗੁਰੂ ਨਾਨਕ ਦੇ ਪੈਰੋਕਾਰ 14 ਕਰੋੜ ਤੋਂ ਜ਼ਿਆਦਾ ਸੀ, ਅਸੀਂ ਘਟ ਗਏ ਆ। ਕਾਰਨ ਪਤਾ ਕੀ ਹੋਇਆ ਜੀ? ਅਸੀਂ ਸਿੰਘ ਤੇ ਸਿੱਖ ਦੀ ਡੈਫੀਨੇਸ਼ਨ ਹੀ ਨਹੀਂ ਲਾ ਕਰ ਸਕੇ। ਸਾਡੇ ਸਿੱਖਲੀ ਘਰ ਵੀਰ, ਸਾਡੇ ਦੂਜੀਆਂ ਸਟੇਟਾਂ 'ਚ ਰਹਿਣ ਵਾਲੇ ਵੀਰ, ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਇਹ ਦੂਜੇ ਤਰੀਕੇ ਨਾਲ ਰਾਸਧਾਰੀ ਕਹਿ ਲੈਂਦੇ। ਤੁਸੀਂ ਬਾਬਿਆਂ ਦੀ ਗੱਲ ਕੀਤੀ, ਮੈਨੂੰ ਲੱਗਦਾ ਉਹਨਾਂ ਦਾ ਬੜਾ ਯੋਗਦਾਨ ਹੈ ਇਸ ਕੰਮ ਵਿੱਚ। ਬਿਲਕੁਲ ਜੀ, ਬਿਲਕੁਲ ਸਾਰਿਆਂ ਦਾ ਬੜਾ ਯੋਗਦਾਨ ਹੈ ਇਸ ਕੰਮ 'ਚ, ਕਿਉਂਕਿ ਅਸੀਂ ਇੱਕੋ ਗੱਲ ਲੈ ਕੇ ਬਹਿ ਗਏ ਹਾਂ ਜੀ। ਹਾਂ, ਤੂੰ ਧਾਰਮਿਕ ਗੱਲ ਕਰਦਾ, ਦਾੜੀ ਕਿਉਂ ਨਹੀਂ ਰੱਖੀ? ਧਾਰਮਿਕ ਗੱਲ ਕਰਦਾ, ਪੱਗ ਕਿਉਂ ਨਹੀਂ ਬੰਨੀ? ਜ਼ਿੰਦਗੀ 'ਚ ਦੋ ਚੀਜ਼ਾਂ ਹਮੇਸ਼ਾ ਹੀ ਉਹ ਕੌਮਾਂ ਤਰੱਕੀ ਕਰਦੀਆਂ ਨੇ ਜਿਨ੍ਹਾਂ 'ਚ ਕ੍ਰਿਟਿਸਿਜ਼ਮ ਤੇ ਕੱਟੜਪਣ, ਠੀਕ ਹੈ, ਉਹ ਨਾ ਹੋਵੇ ਲੇਕਿਨ ਫਲੈਕਸੀਬਿਲਿਟੀ ਹੋਣੀ ਚਾਹੀਦੀ। ਹਾਂ, ਤੂੰ ਗੁਰੂ ਦਾ ਸਿੱਖ ਆ, ਠੀਕ ਆ, ਸਿੰਘ ਬਣ। ਉਹ ਸਿੱਖ ਤੋਂ ਸਿੰਘ ਬਣੂਗਾ, ਤੁਸੀਂ ਡਾਇਰੈਕਟ ਹੀ ਸਿੰਘ ਬਣਾਉਂਦੇ ਤੇ ਡਾਇਰੈਕਟ ਸਿੰਘ ਕਿਸ ਤਰ੍ਹਾਂ ਬਣ ਜੂ? ਉਹ ਬੰਦੇ ਨੂੰ ਜਪਜੀ ਸਾਹਿਬ ਸਵੇਰੇ ਕਰਨਾ, ਧੱਕੇ ਨਾਲ ਕੋਈ ਨਹੀਂ ਬਣਦਾ, ਇਹ ਉਹਦੀ ਸੋਚ ਬਦਲਣ ਦੀ ਲੋੜ ਹੁੰਦੀ। ਨਹੀਂ ਜੀ, ਤੁਸੀਂ ਧੱਕਾ ਕਰ ਸਕਦੇ ਜੀ, ਪਰ ਧੱਕਾ ਕਦੋਂ ਕਰੋ? ਜਦੋਂ ਉਹਦੀ ਏਜ ਹੈ, ਜਦੋਂ ਤੁਹਾਡੇ ਘਰ ਬੱਚਾ ਪੈਦਾ ਹੋਇਆ, ਉਦੋਂ ਉਹਨੂੰ ਉਸ ਪਾਸੇ ਲੈ ਕੇ। ਧੱਕਾ ਨਹੀਂ, ਉਹ ਵੀ ਇਸ ਤਰੀਕੇ ਨਾਲ ਹੀ ਹੁੰਦਾ ਕਿ ਤੁਸੀਂ ਉਹਨੂੰ ਐਜੂਕੇਟ ਕਰਦੇ। ਉਹ ਕਹਿੰਦੇ ਜੀ ਪਹਿਲੇ 5 ਸਾਲ ਧੱਕਾ, ਅਗਲੇ 10 ਸਾਲ ਡੱਕਾ, ਤੇ ਉਦੋਂ ਬਾਅਦ ਖੁੱਲ ਜਾਂਦਾ ਨੱਕਾ, ਕਿਉਂਕਿ 15 ਸਾਲਾਂ ਤੋਂ ਬਾਅਦ ਨਿਆਣੇ ਨੂੰ ਤੁਸੀਂ ਕੁਝ ਨਹੀਂ ਸਿਖਾ ਸਕਦੇ। ਹੁਣ ਜਿਹੜੀ ਆਪਾਂ ਇੱਥੇ ਦੀ ਗੱਲ ਕਰ ਲਈਏ, ਅਸੀਂ ਸਾਰੇ ਲੋਕ ਵਿਦੇਸ਼ਾਂ ਵਿੱਚ ਆ ਗਏ, ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ,
ਉੱਥੇ ਦਿਨੋਂ ਦਿਨ ਹਾਲਾਤ ਵਿਗੜਦੇ ਜਾਂਦੇ, ਸਾਡੀ ਜਵਾਨੀ ਗੁੰਮਰਾਹ ਹੋਈ ਆ, ਰਾਜਨੀਤਿਕ ਲੋਕ ਸਾਨੂੰ ਜਿਹੜੇ ਆ ਉਹ ਪੁੱਠੇ ਪਾਸੇ ਲਾ ਰਹੇ। ਧਾਰਮਿਕ ਚੋਲਿਆਂ ਵਾਲੇ ਬਾਬਿਆਂ ਨੇ ਵੀ ਸਾਡੀ ਕੋਈ ਬਾਂਹ ਨਹੀਂ ਫੜੀ, ਸਗੋਂ ਸਾਡੀ ਖੱਲ ਉਤਾਰੀ ਆ। ਅਸੀਂ ਇੱਥੇ ਆ ਗਏ। ਇੱਥੇ ਆ ਕੇ ਮੈਨੂੰ ਤਾਂ ਲੱਗਦਾ ਹੀ ਨਹੀਂ ਕਿ ਕੋਈ ਤਬਦੀਲੀ ਹੋਈ ਹੈ, ਕੋਈ ਨਵੀਂ ਗੱਲ ਹੋਈ ਹੈ। ਅਸੀਂ ਸਾਰਾ ਕੁਝ ਉਹੀ ਕਰੀ ਜਾ ਰਹੇ ਹਾਂ। 150% ਤੁਹਾਡੇ ਨਾਲ ਸਹਿਮਤ ਹੈ ਜੀ। ਪਰ ਕੀਤਾ ਨਹੀਂ ਜਾਵੇ। ਆਪਾਂ ਬਾਬੇ ਸੱਦਦੇ ਇੱਥੇ, ਕੀਤਾ ਕੀ ਜਾਵੇ ਫਿਰ? ਬਾਬੇ ਸੱਦਦੇ ਆ। ਹਾਂਜੀ ਹਾਂਜੀ। MP ਭਾਜੀ ਹੁਣਾਂ ਬਾਬੇ ਸੱਦੇ, ਮੈਨੂੰ ਨਹੀਂ ਚੰਗੇ ਲੱਗਦੇ, ਮੈਂ ਅੜਿੱਕਾ ਲਾਤਾ। ਬਿਲਕੁਲ ਉਹੀ ਆਦਤ ਪੈ ਗਈ। ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਬੁਲਾਉਣੋਂ ਡਰਦੇ ਆ, ਉਹੀ ਆਦਤ ਪੈ ਗਈ। ਫਲਾਣਾ ਅਮੀਰ ਆ, ਫਲਾਣੇ ਕੋ ਕਾਰਾਂ, ਮੈਂ ਗਰੀਬ ਆ, ਉਹੀ ਆਦਤ ਛੱਡੀ। ਘਰ ਵੱਡਾ ਛੋਟਾ। ਹਾਂ, ਘਰ ਵੱਡਾ ਛੋਟਾ। ਇੱਥੇ ਆ ਕੇ ਆਪਾਂ ਸਿੱਖਿਆ ਕੀ ਆ? ਸਾਰੇ ਮੈਂ ਕਹਿੰਦਾ ਸਾਰੇ ਕਾਹੇ ਤੇ ਮਿੱਟੀ ਪਾ ਦੋ। ਆਉਣ ਵਾਲੀਆਂ ਜੇ ਤੁਹਾਡੀਆਂ ਜਿਹੜੀਆਂ ਨਵੀਆਂ ਜਨਰੇਸ਼ਨ ਨੇ, ਨਵੇਂ ਬੱਚੇ ਨੇ, ਉਹਨਾਂ ਨੇ ਥੋੜਾ ਸਿੱਖਿਆ ਆ। ਲੇਕਿਨ ਆਪਾਂ ਉਹਨਾਂ ਦੇ ਮਨ 'ਚ ਵੀ ਜ਼ਹਿਰ ਬਣਾਇਆ, ਪੰਜਾਬੀ ਨਾਲ ਗੱਲ ਨਹੀਂ ਕਰਨੀ, ਇਹ ਤੈਨੂੰ ਪੁੱਠੇ ਪਾਸੇ ਪਾਊ, ਉਹਦੇ ਨਾਲ ਨਹੀਂ ਗੱਲ ਕਰਨੀ। ਸਾਡੀਆਂ ਭੈਣਾਂ ਖਾਸ ਕਰਕੇ ਬੀਬੀਆਂ 'ਚ ਮੈਂ ਵੇਖਿਆ ਕਿ ਗੋਰੇ ਨੂੰ ਯੈਸ ਸਰ ਯੈਸ ਸਰ, ਤੁਹਾਡੇ ਇੱਕ ਧੌਲਾ ਨਹੀਂ ਅੰਕਲ ਜੀ, ਉਹਨੂੰ ਪਤਾ ਹੁੰਦਾ ਵੀ ਇਹ ਮਾੜੀ ਨਹੀਂ ਗੱਲ। ਵੇਖੋ ਯਾਰ, ਇਹ ਕੂੜਾ ਦਿਮਾਗ 'ਚੋਂ ਭੈਣੋ ਤੁਸੀਂ ਵੀ ਕੱਢ ਦਿਓ। ਭਰਾਵਾਂ ਨੇ ਤਾਂ ਚਲੋ ਭਰਿਆ ਹੀ ਰੱਖਿਆ, ਇਹਨਾਂ ਨੇ ਕੱਢਣਾ ਹੀ ਨਹੀਂ। ਕਿਉਂਕਿ ਇੱਕ ਗੱਲ ਜੀ, ਅਸੀਂ ਕਹਿੰਦੇ ਹਾਂ ਕਿ ਸਾਡੇ ਜਿਹੜੇ ਜੀਨਸ ਨੇ, ਮੈਂਡਲ ਨੇ ਕਿਹਾ ਸੀਗਾ ਕਿ F1 ਜਿਹੜੀ ਜਨਰੇਸ਼ਨ ਆ F3 'ਚ ਝਲਕਦੀ ਆ। ਠੀਕ ਹੈ। ਇਸ ਕਰਕੇ ਅਸੀਂ ਚਾਹੇ 1973 ਦੇ ਇੱਥੇ ਆਏ, ਚਾਹੇ 67 ਦੇ ਆਏ, ਤੁਸੀਂ ਅੰਦਾਜ਼ਾ ਲਾ ਲਓ ਵੀ ਅਸੀਂ 60 ਸਾਲਾਂ ਦੇ ਵਿੱਚ ਕੱਖ ਨਹੀਂ ਕੀਤਾ। ਅਸੀਂ ਕੁਝ ਵੱਡੇ ਕੋਈ ਇਦਾਂ ਦਾ ਮਾਣਯੋਗ ਕੰਮ ਨਹੀਂ। ਇੰਡੀਆ 'ਚ ਮੈਂ ਜਗੀਰਦਾਰ ਸਾਂ, ਮੇਰਾ ਬੱਲੇ ਬੱਲੇ ਸੀ। ਮੇਰੀ ਇੱਥੇ ਵੀ ਮੈਂ ਜਗੀਰਦਾਰ ਹਾਂ, ਮੇਰੇ ਕੋਲ 4 ਪੈਸੇ ਹੈਗੇ, ਮੇਰੀ ਬੱਲੇ ਬੱਲੇ। ਲੇਕਿਨ ਇੱਥੇ ਮੈਂ ਨਾ ਲੋਕਾਂ ਵਾਸਤੇ ਕੁਝ ਕੀਤਾ। ਹਾਂ, ਚੈਰਿਟੀ ਦਿੱਤੀ ਉਹ ਵਿਖਾਉਣ ਲਈ, ਮੇਰਾ ਟੈਕਸ ਵੱਜੇ, ਮੈਂ ਇੰਨੀ ਚੈਰਿਟੀ ਦੇਣਾ। ਉਹਦੇ ਲਈ ਬੋਰਡ ਵੀ ਲੱਗੇ ਹੋਣੇ ਚਾਹੀਦੇ ਨਾ, ਤਾਂ ਹੀ ਉਹ ਪਤਾ ਲੱਗਦਾ। ਉਹ ਲਾਉਣੇ ਵੀ ਅਸੀਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਅਸੀਂ ਲਾਉਣੇ, ਆਪਦੇ ਨਾਂ ਦੇ ਵੱਡੇ ਵੱਡੇ ਬੋਰਡ ਲਾਉਣੇ ਆ ਕਿ ਅਸੀਂ ਇੱਥੇ ਦਾਨ ਕੀਤਾ, ਹਾਲ ਅਸੀਂ ਬਣਾਇਆ, ਕਮਿਊਨਿਟੀ ਸੈਂਟਰਾਂ ਦੇ ਵਿੱਚ ਇਹ ਰੂਮ ਸਾਡੇ ਪੈਸੇ ਨਾਲ ਬਣਿਆ। ਉਹ ਤੇ ਇੱਕੋ ਗੱਲ, ਇਹਦੇ ਵਿੱਚ ਅਸੀਂ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ ਬਿਲਕੁਲ ਜੀ। ਉਹੀ ਤੇ ਗੱਲ ਹੁੰਦੀ ਨਾ ਕਿ ਕਿਸੇ ਨੇ ਕਿਹਾ ਕਿ ਜ਼ਿੰਦਗੀ ਦੇ ਵਿੱਚ ਜੇ ਸਕੂਨ ਲੈਣਾ ਤੇ ਆਪਣੇ ਆਪ ਨੂੰ ਸਕੂਨ ਦੇ। ਬਿਲਕੁਲ। ਕਿਸੇ ਨੇ ਨਹੀਂ ਦੇਣਾ। ਉਹ ਲੋਕੀ ਜੰਗਲਾਂ 'ਚ ਚਲੇ ਗਏ, ਲੋਕੀ ਪਹਾੜਾਂ 'ਤੇ ਚਲੇ ਗਏ, ਲੋਕੀ ਕਿਤੇ ਚਲੇ ਗਏ। ਹੁਣ ਹਿਮਾਲਿਆ ਪਰਬਤ ਨੇ ਤੁਹਾਨੂੰ ਥੋੜਾ ਸਕੂਨ ਦੇ ਦੇਣਾ, ਉਹਦੇ ਉੱਤੇ ਚੜ੍ਹ ਜਾਓ, ਕਿਤੇ ਠੰਡ ਦਊਗਾ। ਬਲ ਸਾਹਿਬ ਨੇ ਬੜੀਆਂ ਪਿਆਰੀਆਂ ਗੱਲਾਂ ਕੀਤੀਆਂ ਜੀ। ਅਸੀਂ ਜ਼ਿੰਦਗੀ ਦਾ ਸੱਚ ਲੱਭਣ ਦੀ ਕੋਸ਼ਿਸ਼ ਕਰਦੇ ਹਾਂ, ਜ਼ਿੰਦਗੀ ਦਾ ਮਜ਼ਾ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਸਵਾਦ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਪੰਜਾਬ ਦੇ ਬਾਰੇ ਵਿਖਿਆਨ ਇਸ ਕਰਕੇ ਕੀਤਾ ਕਿ ਕੀ ਅਸੀਂ ਉਹ ਸਵਾਦ ਲੈਣ ਦੇ ਲਈ 7 ਸਮੁੰਦਰੋਂ ਪਾਰ ਆ ਕੇ ਬੈਠੇ ਹਾਂ, ਉਹ ਆਇਆ? ਜੇ ਨਹੀਂ ਆਇਆ ਤਾਂ ਕਸੂਰ ਕਿਹਦਾ? ਇਹਦੀ ਗੱਲ ਅੱਗੇ ਜਾਰੀ ਰੱਖਾਂਗੇ, ਲੱਭਣ ਦੀ ਕੋਸ਼ਿਸ਼ ਕਰਾਂਗੇ ਜ਼ਿੰਮੇਵਾਰ ਕੌਣ। ਕੀ ਮੈਂ ਜ਼ਿੰਮੇਵਾਰ ਹਾਂ, ਕੀ ਬੱਲ ਸਾਹਿਬ ਜ਼ਿੰਮੇਵਾਰ ਆ, ਜਾਂ ਤੁਸੀਂ ਜ਼ਿੰਮੇਵਾਰ ਹੋ? ਮੈਨੂੰ ਲੱਗਦਾ ਅਸੀਂ ਸਾਰੇ ਥੋੜਾ ਜ਼ਿੰਮੇਵਾਰ ਹਾਂ, ਕੰਟਰੀਬਿਊਟ ਕਰਦੇ ਪਏ, ਹਿੱਸਾ ਪਾਉਂਦੇ ਪਏ ਹਾਂ। ਜੇ ਅਸੀਂ ਸੋਚ ਸਮਝ ਕੇ ਇਸ ਮੁੱਦੇ 'ਤੇ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਈਏ ਤਾਂ ਬੜਾ ਕੁਝ ਲੱਭ ਸਕਦਾ। ਨੈਕਸਟ ਐਪੀਸੋਡ ਵਿੱਚ ਅਸੀਂ ਇਸ ਗੱਲਬਾਤ ਦੇ ਮੁੱਦੇ ਨੂੰ ਜਾਰੀ ਰੱਖਾਂਗੇ। ਬਿਲਕੁਲ ਜੀ, ਤੁਸੀਂ ਕੋਸ਼ਿਸ਼ ਕਰਿਓ ਜੀ, ਧਿਆਨ ਨਾਲ ਸੁਣਿਓ ਤੇ ਸੁਣਨ ਤੋਂ ਬਾਅਦ ਆਪਣੀ ਦੋਹਰੀ ਵਾਰੀ ਸੁਣ ਲਈਓ ਔਰ ਟਿੱਪਣੀ ਜ਼ਰੂਰ ਕਰਿਓ। ਭਾਵੇਂ ਸਾਨੂੰ ਸ਼ਾਬਾਸ਼ ਦੇਈਓ, ਤੇ ਜੇ ਤੁਸੀਂ ਸ਼ਾਬਾਸ਼ ਨਹੀਂ ਵੀ ਦਿਓਗੇ, ਤੁਸੀਂ ਲਿਖੋਗੇ ਕਿ ਗੱਲਾਂ ਤੁਸੀਂ ਕਮਲ ਮਾਰਿਆ, ਉਹ ਵੀ ਸਾਨੂੰ ਸ਼ਾਬਾਸ਼ ਹੀ ਆ ਕਿ ਅਸੀਂ ਕਮਲੇ ਆ, ਜਾਂ ਕੋਸ਼ਿਸ਼ ਕਰਾਂਗੇ ਅੱਗੋਂ ਤੋਂ ਕਮਲ ਨਾ ਮਾਰਾਂਗੇ। ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਸ਼ੁਕਰੀਆ ਸਾਰੇ ਦਰਸ਼ਕਾਂ ਦਾ, ਤੁਹਾਡਾ ਵੀ।